ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸੰਦ ਜਿਸ ਪਾਸ ਬੈਠਿਆ ਸੂਰੀਅਤ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਦਰਸ਼ਨ ਪਿਆਸੀ ਦਿਨ ਸਜਾਤਾ ਚਿਤ ਬਉਣ ਦਿਨ ਰੀਤਾ ਫੂਲ ਕਵਟ ਗੁਰ ਬੇਲੀਆ ਨਾਨਕ ਹਰ ਸੰਗ ਮੀਤਾ ਦਰਸ਼ਨ ਪਿਆਸੇ ਦਿਨ ਸਰਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜਗੋ ਜੋਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਵੇਂ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੀ ਪਿਆਰ ਅਤੇ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਦਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਦਰਸ਼ਨ ਪਿਆਸੀ ਦਿਨ ਸਰਾਤਾ। ਗੁਰੂ ਪਿਆਰੇ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੈ ਤਸਰੀ ਮਹੱਲਾ ਪੰਜਵਾ।
ਸੰਤਾ ਘਰ ਪਹਿਲਾ ਜਿਸ ਵਿੱਚ ਸੰਗੀਤ ਹੋਵੇ, ਸੁਰ ਅਤੇ ਤਾਲ ਹੋਵੇ। ਸੋ ਸੰਗੀਤ ਨੂੰ ਛੰਦ ਕਹਿੰਦੇ ਨੇ, ਪਰਮਾਤਮਾ ਦਾ ਜਸ। ਸਤਿਗੁਰੂ ਜੀ ਮਹਾਰਾਜ ਪਹਿਲੇ ਘਰ ਦੇ ਵਿੱਚ ਇਹ ਪਾਵਨ ਛੰਦ ਸ਼ਬਦ ਉਚਾਰਨ ਕਰ ਰਹੇ ਹਨ। ਇੱਕੋ ਓੰਕਾਰ ਵਾਹਿਗੁਰੂ ਇੱਕ ਹੈ, ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤ ਹੈ, ਚਿਤ ਹੈ ਤੇ ਆਨੰਦ ਸਰੂਪ ਹੈ। ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੀ। ਲੋਕ ਸਵੈ ਲੋਕ ਦੀ ਪ੍ਰਾਪਤੀ ਵਾਲਾ ਜੋ ਸ਼ਲੋਕ ਹੈ, ਜੋ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਵੇ, ਸੋ ਕਹੀਏ ਸ਼ਲੋਕ। ਪਾਵਨ ਸ਼ਲੋਕ ਉਚਾਰਨ ਕਰਦੇ ਹਨ। ਦਰਸ਼ਨ ਪਿਆਸੇ ਦਿਨ ਸਦਾਤਾ ਸੋ ਮਹਾਰਾਜ ਸਾਡੇ ਮਨਾਂ ਦੇ ਵਿੱਚ ਦਰਸ਼ਨਾਂ ਦੀ ਤੜਪ ਤੇ ਤਾਂਘ ਪੈਦਾ ਕਰਨ ਵਾਸਤੇ ਇਹ ਸ਼ਬਦ ਉਚਾਰਨ ਕਰ ਰਹੇ ਹਨ। ਰਾਤ ਦਿਨ ਇਹ ਵਾਹਿਗੁਰੂ ਜੀ ਤੁਹਾਡੇ ਦਰਸ਼ਨਾਂ ਦੀ ਪਿਆਸੀ ਹੋ ਕੇ ਪ੍ਰਭੂ ਦੇ ਰਸਤੇ ਨੂੰ ਸੋ ਮੈਂ ਚਿਤ ਵਾਇਣ ਦਰਨੀਤਾ ਦਿਨ ਰਾਤ ਦੇ ਦਿਨ ਲਗਾਤਾਰ ਚਿਤ ਵਧਾਉਣ ਦੇਖਦੀ ਰਹਿੰਦੀ ਸਾਂ। ਇਸੇ ਪ੍ਰਕਾਰ ਦਰਸ਼ਨ ਪਿਆਸੇ ਦਿਨ ਸਰਾਤ ਇਹ ਅਕਾਲ ਪੁਰਖ ਵਾਹਿਗੁਰੂ ਸਾਡੀ ਬਿਰਤੀ ਆਪ ਜੀ ਦੇ ਦਰਸ਼ਨਾਂ ਦੀ ਰਾਤ ਦਿਨ ਪਿਆਸੀ ਹੋ ਰਹੀ ਹੈ ਅਤੇ ਨੀਤ ਹਮੇਸ਼ਾ ਹੀ ਚਿਤਵਦੇ ਰਹਿੰਦੇ ਹਾਂ ਕਿ ਕਦ ਅਵਿਦਿਆ ਰੂਪ ਰਾਤ ਮਿਟ ਕੇ ਗਿਆਨ ਰੂਪੀ ਦਿਨ ਚੜ੍ਹੇ। ਚਿਤ ਵਾਇਣ ਦਰਨੀਤ ਮਹਾਰਾਜ ਹਮੇਸ਼ਾ ਹੀ ਰਾਤ ਦਿਨ ਆਪ ਜੀ ਦੇ ਦਰਸ਼ਨਾਂ ਨੂੰ ਵੇਖਣਾ ਚਾਹੁੰਦੇ ਹਾਂ। ਦਿਨੇ ਰਾਤ ਨਿਤ ਹੀ ਚਿਤਵਦੇ ਰਹਿੰਦੇ ਹਾਂ ਕਿ ਕਦ ਅਵਿਦਿਆ ਰੂਪ ਰਾਤ ਮਿਟ ਕੇ ਬ੍ਰਹਮ ਗਿਆਨ ਰੂਪ ਦਿਨ ਚੜ੍ਹੇ ਅਤੇ ਅਸੀਂ ਹਮੇਸ਼ਾ ਹੀ ਆਪ ਜੀ ਦੇ ਦਰਸ਼ਨ ਦਿਦਾਰਿਆਂ ਨੂੰ ਨਿਤ ਪ੍ਰਤੀ ਵੇਖਣਾ ਕਰੀਏ। ਸੋ ਹੀ ਮਹਲਾ ਪੰਜਵ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਤੇਰੇ ਰਹਾਉ। ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਰ ਬਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਇਹ ਵਾਹਿਗੁਰੂ ਅਸੀਂ ਹਮੇਸ਼ਾ ਹੀ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਦਿਨ ਰਾਤ ਆਪ ਦੇ ਦਰਸ਼ਨਾਂ ਦੀ ਸਾਡੇ ਮਨ ਦੇ ਵਿੱਚ ਤਾਂਘ ਪੈਦਾ ਹੋ ਰਹੀ ਹੈ ਕਿ ਕਦ ਆਪ ਜੀ ਸਾਨੂੰ ਆਪ ਦੇ ਦਰਸ਼ਨ ਦਿਦਾਰੀ ਬਖਸ਼ੋਗੇ। ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਜਿਹੜਾ ਪਪੀਆ ਹੈ ਉਹ ਸਵੰਤੀ ਖੂਨ ਤੋਂ ਬਗੈਰ ਨਹੀਂ ਰਹਿ ਸਕਦਾ, ਜਿਹੜਾ ਭਵਰਾ ਹੈ ਇਹ
ਫੁੱਲ ਦੀ ਸੁਗੰਧੀ ਤੋਂ ਬਗੈਰ ਨਹੀਂ ਰਹਿ ਸਕਦਾ। ਜਿਹੜਾ ਹਰਨ ਹੈ ਇਹ ਘੰਡੇ ਹੇਡੇ ਦੀ ਆਵਾਜ਼ ਅੱਗੇ ਆਪਣਾ ਆਪ ਸਭ ਕੁਝ ਕੁਰਬਾਨ ਕਰ ਦਿੰਦਾ। ਇਉਂ ਇਹ ਵਾਹਿਗੁਰੂ ਜੀ ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਬੂੰਦ ਵੀ ਹੋਣਾ ਚਾਤੇ ਕੋ ਕਿਉਂ ਕਰ ਤ੍ਰਿਪਤਾਵੇ। ਨਾਦ ਗੁਰਮ ਕੈ ਵਿਦਿਆ ਸਨਮੁਖ ਉਠਤਾਵੇ। ਭਵਰ ਲੋਭੀ ਕੁਸਮ ਬਾਸਕ ਮਿਲ ਆਪ ਬੰਧਾਵੇ। ਇਉਂ ਸੰਤ ਜਨਾਂ ਹਰ ਪ੍ਰੀਤ ਹੈ। ਇਸੇ ਪ੍ਰਕਾਰ ਸੰਤਾਂ ਮਹਾਂਪੁਰਖਾਂ ਦੀ ਪ੍ਰੀਤੀ ਆਪ ਜੀ ਦੇ ਨਾਲ ਹੈ। ਦੇਖ ਦਰਸਿਆ ਕਹਵੇ ਉਹ ਕੇਵਲ ਆਪ ਜੀ ਦਾ ਦਰਸ਼ਨ ਵੇਖ ਕੇ ਹੀ ਰੱਜਦੇ ਹਨ। ਜੇ ਧਰਤੀ ਸਭ ਕੰਚਨ ਕਰ ਦੀਜੈ ਫਿਰ ਨਾਮੈ ਅਵਰ ਨ ਪਾਇਆ ਰਾਮ। ਉਹਨਾਂ ਨੂੰ ਭਾਵੇਂ ਸਾਰੀ ਧਰਤੀ ਸੋਨੇ ਦੀ ਬਣਾ ਕੇ ਦੇ ਦਿਓ ਪਰ ਵਾਹਿਗੁਰੂ ਨਾਮ ਤੋਂ ਬਗੈਰ ਆਪ ਦੀ ਪ੍ਰਾਪਤੀ ਤੋਂ ਬਗੈਰ ਕੁਝ ਚੰਗਾ ਨਹੀਂ ਲੱਗਦਾ। ਜਿਵੇਂ ਸਾਡੇ ਮਾਤਾ ਸਾਹਿਬ ਦੇਵਾਂ ਕੌਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕਿ ਹੁਣ ਤੁਸੀਂ ਦਿੱਲੀ ਵਿਖੇ ਜਾ ਕੇ ਆਪਣੀ ਭੈਣ ਜੀ ਦੇ ਪਾਸ ਰਹੋ। ਮਾਤਾ ਸੁੰਦਰ ਕੌਰ ਦੇ ਕੋਲ ਬੇਨਤੀ ਕੀਤੀ, ਇਹ ਸੱਚੇ ਪਾਤਸ਼ਾਹ ਮੈਂ ਤਾਂ ਆਪ ਦੇ ਦਰਸ਼ਨ ਕਰਨ ਤੋਂ ਬਗੈਰ ਜਲ ਪਾਣੀ ਨਹੀਂ ਛਕਦੀ। ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਜਦ ਨਿਤਨੇਮ ਤੋਂ ਉਪਰੰਤ ਤੁਸੀਂ ਸ਼ਾਸਤਰਾਂ ਦੇ ਦਰਸ਼ਨ ਕਰਿਆ ਕਰੋਗੇ ਤਾਂ ਬਖਸ਼ਿਸ਼ਾਂ ਲੈ ਜਾਓ, ਤੁਹਾਨੂੰ ਸਾਡੇ ਦਰਸ਼ਨ ਡੇਲੀ ਹੋਇਆ ਕਰਨਗੇ। ਤੋ ਮਾਤਾ ਸਾਹਿਬ ਦੀ ਮੰਗ ਕੌਰ ਗੁਰੂ ਸਾਹਿਬਾਨ ਦੇ ਪ੍ਰਤੱਖ ਦਰਸ਼ਨ ਕਰਦੇ ਰਹੇ। ਉਹਨਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਭਾਈ ਰਾਮ ਗੋਇਲ ਜੀ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਘਰ ਵਾਪਸ ਭੇਜ ਦਿੱਤਾ, ਕਹਿੰਦੇ ਭਾਈ ਰਾਮ ਗੋਇਲ ਜੀ ਤੁਹਾਡੀ ਮਾਤਾ ਆਈ ਹੈ ਤੇ ਤੁਸੀਂ ਇਹਨਾਂ ਨਾਲ ਘਰ ਨੂੰ ਜਾਓ। ਕਹਿੰਦੇ ਮਹਾਰਾਜ ਮੈਂ ਤਾਂ ਆਪ ਦੇ ਦਰਸ਼ਨਾਂ ਤੋਂ ਬਗੈਰ ਕੁਝ ਖਾਂਦਾ ਪੀਂਦਾ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਕਿ ਜਦ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸ਼ਿਕਾਰ ਖੇਡਣ ਜਾਇਆ ਕਰੋਗੇ ਤਾਂ ਅਸੀਂ ਤੁਹਾਨੂੰ ਬਾਹਰ ਜੰਗਲ ਦੇ ਵਿੱਚ ਜਿਸ ਤਰ੍ਹਾਂ ਬੰਦੇ ਨੂੰ ਮੰਦਾ ਮਿਲਦਾ ਇੰਜ ਸ਼ਿਕਾਰ ਦੇ ਬਹਾਨੇ ਤੁਹਾਨੂੰ ਬਾਹਰ ਮਿਲਿਆ ਕਰਾਂਗੇ। ਅਨੇਕਾਂ ਹੀ ਗੁਰਸਿੱਖ ਸੰਤਾਂ ਭਗਤਾਂ ਦੀਆਂ ਸਾਖੀਆਂ ਇਤਿਹਾਸ ਦੇ ਵਿੱਚ ਭਰੀਆਂ ਪਈਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦਾ ਕੇਵਲ ਮਨ ਦੇ ਵਿੱਚ ਲਗਾਵ ਕੀਤਾ, ਫੁਰਨਾ ਕੀਤਾ, ਬਾਕੀ ਸਭਨਾਂ ਦਾ ਤਿਆਗ ਕੀਤਾ। ਜਿਵੇਂ ਇੱਕ ਰਾਜਾ ਮੁਹਿੰਮ ਤੋਂ ਘਰ ਵਾਪਸ ਆਇਆ, ਉਹਨੇ ਸਭਨਾਂ ਰਾਣੀਆਂ ਨੂੰ ਚਿੱਠੀਆਂ ਭੇਜੀਆਂ ਕਿ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ। ਸਭਨਾਂ ਨੇ ਆਪ ਆਪਣੀਆਂ ਡਿਮਾਂਡਾਂ ਲਿਖੀਆਂ। ਕਿਸੇ ਨੂੰ ਲੱਖਾ ਹਾਰ ਮੰਗਿਆ, ਕਿਸੇ ਨੇ ਹੀਰੇ ਜੜਤ ਮੁੰਦਰੀ ਮੰਗੀ, ਕਿਸੇ ਨੇ ਝੁਮਕੇ, ਕਿਸੇ ਨੇ ਖੰਡ ਕਾਂਡ, ਬੜਾ ਕੁਛ। ਤੇ ਪਰ ਜਿਹੜੀ ਸਭ ਤੋਂ ਛੋਟੀ ਰਾਣੀ ਸੀ ਉਹਨੇ ਆਪਣੇ ਖੂਨ ਦੇ ਨਾਲ ਹਿੰਦੀ ਦਾ ਸਾਹ ਲਿਖ ਕੇ ਭੇਜਿਆ। ਰਾਜੇ ਨੂੰ ਸਮਝ ਨਾ ਆਈ, ਬਾਕੀ ਸਭਨਾਂ ਲਈ ਵਸਤੂਆਂ ਲੈ ਲਈਆਂ। ਵਜ਼ੀਰਾਂ ਨੂੰ ਪੁੱਛਿਆ, ਇਹਦੀ ਮੈਨੂੰ ਸਮਝ ਨਹੀਂ ਆਈ। ਕਹਿੰਦੇ ਵੇਖੋ ਰਾਜਨ, ਇਹ ਲਾਲ ਖੂਨ ਦੇ ਨਾਲ ਸਾਹ ਲਿਖਿਆ ਜਿਸ ਦਾ ਭਾਵ ਹੈ ਲਾਲ ਸਾਹ। ਉਹਨੇ ਆਪ ਨੂੰ ਬੇਨਤੀ ਕੀਤੀ ਹੈ ਕਿ ਇਹ ਰਾਜਨ ਤੁਸੀਂ ਏਡੀ ਵੱਡੀ ਮੁਹਿੰਮ ਨੂੰ ਜਿੱਤ ਕੇ ਕੇਵਲ ਮੈਨੂੰ ਆਪ ਦੇ ਦਰਸ਼ਨ ਹੀ ਬਖਸ਼ੋ। ਤੁਹਾਡੇ ਦਰਸ਼ਨਾਂ ਦੀ ਹੀ ਲਾਲਸਾ, ਹੋਰ ਮੈਨੂੰ ਕੁਝ ਨਹੀਂ ਚਾਹੀਦਾ, ਤੁਹਾਡੇ ਦਰਸ਼ਨ ਚਾਹੀਦੇ ਨੇ। ਰਾਜਾ ਬੜਾ ਪ੍ਰਸੰਨ ਹੋਇਆ। ਇਹ ਵੇਖੋ ਬਾਕੀ ਤਾਂ ਸਭ ਆਪ ਆਪਣੇ ਲਾਲਚ ਵਾਸਤੇ ਮਤਲਬ ਰੱਖਦੇ ਨੇ। ਇਹ ਜਿਹੜੀ ਛੋਟੀ ਰਾਣੀ ਹੈ ਇਹਨੇ ਮੇਰੇ ਨਾਲ ਪ੍ਰੇਮ ਜਤਾਇਆ ਤਾਂ ਰਾਜਾ
ਖੁਦ ਆਪ ਵੀ ਉਹਦੇ ਮਹਿਲਾਂ ਵਿੱਚ ਆਇਆ ਤੇ ਉਹਨਾਂ ਦੇ ਨਾਲੋਂ ਬੜੀਆਂ ਹੋਰ ਵਧੀਆ ਵਧੀਆ ਚੀਜ਼ਾਂ ਲੈ ਕੇ ਆਇਆ। ਜਿੱਥੇ ਰਾਜਾ ਆ ਗਿਆ ਉੱਥੇ ਫੌਜਾਂ ਵੀ ਆ ਗਈਆਂ, ਸਾਰੇ ਖਜ਼ਾਨੇ ਵੀ ਆ ਗਏ। ਇਉਂ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਮੋਹਣ ਦਿਨ ਨੀਤ। ਜਿਸ ਤਰ੍ਹਾਂ ਪਪੀਆ ਚਿਤਵਦਾ ਹੈ, ਚਕੋਰਾ ਚਿਤ ਚਿਤਵਦੀਆਂ ਨੇ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨੇ ਹਲੇ, ਮੋਰ ਕਵੀ ਇਹ ਬੋਲਦੇ ਵੇਖ ਬੱਦਲ ਕਾਲੇ, ਨਾਰ ਪਧਾਰ ਪਿਆਰ ਹੈ ਮਾਂ ਪਤ ਸੰਭਾਲੇ। ਪੀਰ ਮੁਰੀਦਾਂ ਫਿਰ ਖੜੀ ਉਹ ਨਿਭੈ ਹੈ ਨਾਲੇ। ਜਿਹੜੇ ਇਸ ਤਰ੍ਹਾਂ ਪ੍ਰੀਤੀ ਰੱਖਦੇ ਪ੍ਰਭੂ ਦੇ ਨਾਲ, ਸਾਰੇ ਪਦਾਰਥਾਂ ਦੀ ਇੱਛਾ ਤਿਆਗ ਕੇ ਕਬੀਰ ਸਾਹਿਬ ਦੇ ਵਚਨ ਮੁਤਾਬਕ ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ, ਨਰਕ ਮਰੇ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ ਸੱਚੇ ਪਾਤਸ਼ਾਹ, ਉਹਨਾਂ ਨੂੰ ਆਪ ਦੇ ਦਰਸ਼ਨ ਵੀ ਬਖਸ਼ਦਾ ਤੇ ਹੋਰ ਵੀ ਸਾਰਾ ਕੁਝ ਰਿਧੀਆਂ ਸਿੱਧੀਆਂ ਦੇ ਦਿੰਦਾ। ਜਿਵੇਂ ਸੁਦਾਮੇ ਦੇ ਮੁੱਠੀ ਭਰ ਚੌਲ ਖਾ ਕੇ ਵੇਖੋ ਕ੍ਰਿਸ਼ਨ ਭਗਵਾਨ ਨੇ ਉਹਨਾਂ ਨੇ ਹਾਰ ਕਰ ਦਿੱਤਾ ਸੀਗਾ। ਇਉਂ ਜਿਹੜੇ ਵਾਹਿਗੁਰੂ ਨਾਲ ਪ੍ਰੇਮ ਜਤਾਉਂਦੇ ਨੇ, ਸੋ ਗੁਰੂ ਮਹਾਰਾਜ ਜਿਵੇਂ ਛੇਵੇਂ ਪਾਤਸ਼ਾਹ ਨੇ ਭਾਈ ਸਾਧੂ ਤੇ ਰੂਪਚੰਦ ਨੂੰ ਲੰਗਰ ਚਲਾਉਣ ਦੀ ਆਗਿਆ ਬਖਸ਼ੀ। ਕਹਿੰਦੇ ਜੀ ਪੈਸਾ ਨਹੀਂ, ਸਾਹਿਬ ਕਹਿੰਦੇ ਰਿਧੀਆਂ ਸਿੱਧੀਆਂ ਤੁਹਾਨੂੰ ਦਿੱਤੀਆਂ, ਕਿਸੇ ਚੀਜ਼ ਦਾ ਘਾਟਾ ਨਹੀਂ ਆਵੇਗਾ। ਸੋ ਦਰਸ਼ਨਾਂ ਦੇ ਵਿੱਚ ਸਾਰੀਆਂ ਬਰਕਤਾਂ ਨੇ। ਧਰਮ ਅਰਥ ਕਾਮ ਮੋਖ ਕਾ ਬਤਾਤਾ, ਪੂਰੀ ਪਈ ਸਿਮਰ ਸਿਮਰ ਵਿਧਾਤਾ। ਸਾਰਾ ਕੁਛ ਮਹਾਰਾਜ ਬਖਸ਼ਿੰਦਾ ਹਨ। ਪਾਤਸ਼ਾਹ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਨੇ ਸਬਲ ਦਰਸ਼ਨ ਅਕਾਲ ਮੂਰਤ ਪ੍ਰਭ। ਪ੍ਰਭੂ ਦੇ ਦਰਸ਼ਨ ਸਹਿਤ ਫਲਾਂ ਦੇ ਹਨ। ਕਾਲ ਮੂਰਤ ਵਾਹਿਗੁਰੂ ਦੇ ਦਰਸ਼ਨ ਸਹਿਤ ਫਲਾਂ ਦੇ ਨੇ। ਸਬਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਵੀ ਹੋਣ ਹਰ। ਮਹਾਰਾਜ ਹੁਣ ਵੀ ਹੈ ਜਿਸ ਤਰ੍ਹਾਂ ਦਾ ਪਿੱਛੇ ਸੀਗਾ। ਜਿਹਨੇ ਕਬੀਰ ਦਾ ਜਗ ਸੰਪੂਰਨ ਕੀਤਾ, ਨਾਮਦੇਵ ਦੀ ਛਤਰੀ ਬੰਨੀ ਤੇ ਧੰਨੇ ਦੀਆਂ ਗਾਵਾਂ ਚਾਰੀਆਂ, ਨਾਲੇ ਦਰਸ਼ਨ ਵੀ ਦਿੱਤੇ, ਨਾਲੇ ਕੰਮ ਵੀ ਸੰਭਾਲੇ। ਉਹ ਹੁਣ ਵੀ ਹੈ ਵੀ ਪਿੱਛੇ ਵੀ ਸੀ ਤੇ ਹੁਣ ਹੈ, ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਕਿ ਵਾਹਿਗੁਰੂ ਆਪਦੇ ਦਰਸ਼ਨਾਂ ਦੀ ਸਾਡੇ ਮਨ ਵਿੱਚ ਪਿਆਸਾ ਚਾਹਣਾ ਲੱਗੀ ਹੋਈ ਹੈ ਦਿਨ ਤੇ ਰਾਤ। ਚਿਤਵੋ ਦਿਨ ਨੀਤਾ, ਇੱਕ ਰਸ ਦਿਨ ਰਾਤ ਤੁਹਾਨੂੰ ਯਾਦ ਕਰਦੇ ਰਹਿੰਦੇ ਆ। ਜਿਹੜੇ ਪੁਰਾਤਨ ਗੁਰਸਿੱਖ ਹੋਇਆ ਕਰਦੇ ਸਨ, ਖਾਸ ਕਰਕੇ ਜਿਨ੍ਹਾਂ ਪੰਜਾਂ ਪਿਆਰਿਆਂ ਦੀ ਸੇਵਾ ਨਿਭਾਉਣੀ ਹੈ, ਉਹ ਜਿੰਨਾ ਚਿਰ ਪੰਜ ਬਾਣੀਆਂ ਦਾ ਪਾਠ ਨਾ ਕਰ ਲੈਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਕਰ ਲੈਣ, ਉਹਨਾਂ ਚਿਰ ਉਹ ਕੁਝ ਛੱਡਦੇ ਨਹੀਂ ਸਨ ਹੁੰਦੇ। ਮੈਨੂੰ ਯਾਦ ਹੈ ਕਿ ਪੰਜ ਪਿਆਰਿਆਂ ਦੇ ਨਾਲ ਮੈਂ ਯਾਤਰਾ 'ਤੇ ਗਿਆ ਪੰਜਾਂ ਤਖਤਾਂ ਦੀ। ਇੱਕ ਬਜ਼ੁਰਗ ਬਾਬਾ ਜੀ ਡਰਾਈਵਰ ਗੁਰਮੁਖ ਪਿਆਰੇ ਭਾਈ ਚਮਕੌਰ ਸਿੰਘ ਦੇ ਪਿਤਾ ਜੀ, ਜਿਨ੍ਹਾਂ ਨੇ ਜੇਲਾਂ ਕੱਟੀਆਂ, ਬੜੀਆਂ ਮਾਰਾਂ ਖਾਧੀਆਂ, ਕੁਰਬਾਨੀ ਵਾਲੇ ਗੁਰਮੁਖ। ਉਹਨਾਂ ਨੂੰ ਕਹਿਣਾ ਪ੍ਰਸ਼ਾਦਾ ਛਕ ਲਓ, ਜਲ ਪਾਣੀ ਛਕ ਲਓ, ਕਿਉਂਕਿ ਸਫ਼ਰ ਦੇ ਵਿੱਚ ਘਾਟਾ ਵਾਧਾ ਹੋ ਜਾਂਦਾ। ਇਸ਼ਨਾਨ ਪਾਣ ਦਾ ਟਾਈਮ ਵੀ ਟਾਈਮ ਘਟਾ ਹੈ। ਫਿਰ ਹੁਣ ਬੰਦਾ ਸਫ਼ਰ ਕਰੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਲਵੇ, ਕਾਹਲੀ ਕਾਹਲੀ ਵੀ ਉੱਥੇ ਪਹੁੰਚ ਕੇ ਕਰਦੇ ਹਾਂ, ਉੱਥੇ ਪਹੁੰਚ ਕੇ ਕਰਦੇ ਹਾਂ। ਅਸੀਂ ਹਰਿਦੁਆਰ ਪਹੁੰਚ ਗਏ, ਲਗਾਤਾਰ ਗੱਡੀ ਚੱਲਦੀ ਗਈ, ਪਰ ਉਹਨਾਂ ਨੇ ਮੂੰਹ ਦੇ ਵਿੱਚ ਪਾਣੀ ਦਾ ਘੁੱਟ ਨਹੀਂ ਪਾਇਆ। ਕਹਿੰਦੇ ਨਵਾਂ ਦਿਨ ਚੜ੍ਹ ਗਿਆ। ਦੁਪਹਿਰ ਦੇ 2 ਵੱਜ ਗਏ
ਤੇ ਮੈਂ ਹੈਰਾਨ ਹੋਇਆ ਕਿ ਕਿਸੇ ਘਰ ਪੰਜ ਪਿਆਰੇ ਬੇਨਤੀ ਮੰਨ ਕੇ ਉੱਥੇ ਜਲ ਪਾਣੀ ਛਕ ਗਏ। ਉਹ ਕਹਿਣ ਮੈਂ ਤਾਂ ਨਹੀਂ ਕੁਝ ਖਾਣਾ ਜੀ। ਕੁਦਰਤੀ ਪਰਮਾਤਮਾ ਵੱਲੋਂ ਟੀਵੀ ਦੇ ਉੱਪਰ ਕੀਰਤਨ ਆ ਰਿਹਾ ਸੀਗਾ ਤੇ ਕੀਰਤਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਮੈਂ ਕਿਹਾ ਵੀ ਲਓ। ਗੁਰੂ ਮਹਾਰਾਜ ਨੂੰ ਆਪਣੇ ਸਿੱਖਾਂ ਦਾ ਫਿਕਰ ਹੈ, ਭਾਵੇਂ ਟੀਵੀ ਦੇ ਵਿੱਚ ਹੀ ਹੈ, ਦਰਸ਼ਨ ਦਾ ਦਰਸ਼ਨ ਹੀ ਨੇ, ਮੱਥਾ ਟੇਕੋ। ਉਹਨੇ ਮਹਾਰਾਜ ਦੇ ਦਰਸ਼ਨ ਕਰਕੇ ਅਰਦਾਸ ਕਰਕੇ ਤੇ ਫਿਰ ਕੁਝ ਛਕਿਆ। ਸੋ ਇੰਨੇ ਸਿੰਘ ਸਖਤ ਹੁੰਦੇ ਸੀ ਆਪਣੇ ਨਿਤਨੇਮ ਦੇ ਵਿੱਚ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ ਪੰਜ ਬਾਣੀਆਂ ਪੜ੍ਹ ਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਫਿਰ ਜਲ ਪਾਣੀ ਛਕਦੇ ਤੇ ਪੰਜ ਗ੍ਰੰਥੀ ਦਾ ਨਿਤਨੇਮ ਕਰਨ ਤੋਂ ਬਾਅਦ ਦੁਪਹਿਰ ਦਾ ਕੁਝ ਖਾਣਾ ਪੀਣਾ ਕਰਦੇ। ਸੋ ਇਹਨਾਂ ਉਹਨਾਂ ਮਹਾਂਪੁਰਖਾਂ ਦਾ ਨਿਯਮ ਸੀ। ਵੱਡੇ ਸੰਤ ਗੁਰਬਚਨ ਸਿੰਘ ਜੀ ਢੰਡਾਂ ਵਾਲੇ ਸੰਤ, ਉਹ ਵੀ ਕਥਾ ਤੋਂ ਬਾਅਦ ਲਗਾਤਾਰ 4 ਘੰਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਛੋੜਦੇ ਨਹੀਂ। ਸਾਡਾ ਕੰਮ ਕੀ ਹੈ? ਭੱਜੋ ਭੱਜੇ ਆਏ, ਮਾਰੀ ਛਾਲ ਤੇ ਬਹਿ ਗਏ ਤੇ ਅਜੇ ਆਨੰਦ ਸਾਹਿਬ ਦਾ ਪਾਠ ਚੱਲਦਾ ਹੀ ਹੁੰਦਾ, ਸਾਡਾ ਮਨ ਕਾਲਾ ਪਿਆ ਹੁੰਦਾ ਵੀ ਆਪਾਂ ਜਾਣਾ ਹੈ, ਕਿਉਂਕਿ ਕਾਰੋਬਾਰ ਬੜੇ ਨੇ, ਡਿਊਟੀਆਂ ਬੜੀਆਂ ਸਖਤ ਹਨ। ਜਿੰਨਾ ਚਿਰ ਭੱਜ ਨੱਠ ਨਾ ਕਰੀਏ ਉਹਨਾਂ ਚਿਰ ਜ਼ਿੰਦਗੀ ਦੀ ਗੱਡੀ ਚੱਲਣੀ ਅਸੰਭਵ ਹੈ। ਤੇ ਇਸ ਵਾਸਤੇ ਕਾਹਲੀ ਦੇ ਵਿੱਚ ਤੁਰਨਾ ਪੈਂਦਾ। ਪਰ ਮਹਾਂਪੁਰਖ ਬੜੀ ਧੀਰਜਤਾ ਦੇ ਨਾਲ ਜਿਸ ਆਸਣ ਤੇ ਬੈਠ ਕੇ ਕਥਾ ਕਰਦੇ, ਉਸੇ ਹੀ ਚੌਂਕੜੇ ਤੇ ਦੁਪਹਿਰ ਦੇ 12 ਵਜੇ ਤੱਕ ਨਿਤਨੇਮ ਕਰਦੇ ਰਹਿੰਦੇ। ਜਲ ਪਾਣੀ ਪਹਿਲਾਂ ਛੱਡ ਕੇ ਘਰ ਚਲੇ ਜਾਂਦੇ ਤੇ ਨਿਤਨੇਮ ਤੋਂ ਬਾਅਦ ਫਿਰ ਪ੍ਰਸ਼ਾਦ ਪਾਣੀ ਛਕਦੇ। ਬਾਹਰਲੇ ਸੰਗਤਾਂ ਦੇ ਵਿੱਚ ਇਹ ਮੈਂ ਗੁਣ ਮੰਨਿਆ ਕਿ ਇਸ ਭਾਵੇਂ ਰੱਖਣ ਨਾ ਰੱਖਣ, ਅੰਮ੍ਰਿਤ ਭਾਵੇਂ ਛਕਣ ਨਾ ਛਕਣ, ਕੈਨੇਡਾ, ਅਮਰੀਕਾ, ਇੰਗਲੈਂਡ ਸਾਰੀਆਂ ਸੰਗਤਾਂ ਭਾਵੇਂ 40 ਕਿਲੋਮੀਟਰ ਡਰਾਈਵ ਕਰਕੇ ਕਾਰ ਭਜਾ ਕੇ ਗੁਰਦੁਆਰੇ ਜਾਣਾ ਪਏ, ਜ਼ਰੂਰ ਮਹਾਰਾਜ ਦੇ ਦਰਸ਼ਨ ਕਰਦੇ ਨੇ। ਜੇ ਡੇਲੀ ਨਹੀਂ ਤਾਂ ਹਫ਼ਤੇ ਬਾਅਦ ਤਾਂ ਦੁਪਹਿਰ ਦੇ 1 ਵਜੇ ਤੋਂ ਪਹਿਲਾਂ ਕਿਸੇ ਨੇ ਕੋਈ ਮਿਲਣਾ ਨਹੀਂ, ਕਿਸੇ ਨੂੰ ਕੋਈ ਫੰਕਸ਼ਨ ਨਹੀਂ ਕਰਨਾ, ਕੋਈ ਪਾਰਟੀ ਨਹੀਂ ਕਰਨੀ, ਕਿਤੇ ਜਾਣਾ ਆਉਣਾ ਨਹੀਂ, ਕੋਈ ਕਾਰੋਬਾਰ ਨਹੀਂ। ਐਤਵਾਰ 1 ਵਜੇ ਤੱਕ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨੀ। ਆ ਨਵਾਂ ਸਾਲ ਗੋਰੇ ਚੌਂਕਾਂ 'ਚ ਮਨਾਉਂਦੇ ਨੇ, ਅਸੀਂ ਲੋਕ ਵੀ ਟੀਵੀਆਂ ਅੱਗੇ ਬੈਠ ਕੇ ਜਾਂ ਹੱਸ ਕੇ ਗਾ ਕੇ ਨੱਚ ਕੇ। ਪਰ ਬਾਹਰਲੀਆਂ ਸੰਗਤਾਂ ਜਿੰਨਾ ਚਿਰ ਨਵਾਂ ਸਾਲ ਨਹੀਂ ਚੜ੍ਹ ਜਾਣਾ ਉਹਨਾਂ ਚਿਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਨਹੀਂ ਜਾਣਾ। ਕਿਸੇ ਨੇ ਘਰ ਦੇ ਵਿੱਚ ਨਹੀਂ ਰਹਿਣਾ, ਜਿੱਥੇ ਵੀ ਕੋਈ ਹੈ ਪੁੱਜ ਕੇ ਮਹਾਰਾਜ ਦੇ ਚਰਨਾਂ 'ਚ ਪਹੁੰਚਣਾ। ਇਹ ਪਿਆਰ ਦੀ ਖੇਡ ਹੈ। ਸਾਚ ਕਹੋ ਸੁਨ ਲੇਹੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਬੱਚਾ ਮਾਤਾ ਦੇ ਦਰਸ਼ਨਾਂ ਨੂੰ ਚਾਹੇਗਾ ਤੇ ਤਾਂ ਹੀ ਮਾਤਾ ਦੀ ਗੋਦੀ ਪ੍ਰਾਪਤ ਹੋਵੇਗੀ। ਜੇ ਖਿਡੌਣਿਆਂ 'ਚ ਪਰਚਿਆ ਰਿਹਾ, ਮਾਇਆ ਦੀਆਂ ਖੇਡਾਂ ਰਹੀਆਂ ਸਦੀਆਂ ਦੇ ਵਿੱਚ, ਕਾਰੋਬਾਰਾਂ ਦੇ ਵਿੱਚ, ਇਹ ਰਾਗ ਰੰਗ ਦੇ ਵਿੱਚ ਪਰਚਿਆ ਰਿਹਾ, ਫਿਰ ਤਾਂ ਬਰਾਬਰ ਵੀ ਹੈ। ਆ ਵੇਖੋ ਲੋਕਡਾਊਨ ਨੇ ਸਭਨਾਂ ਨੂੰ ਪਰਮਾਤਮਾ ਯਾਦ ਕਰਾ ਦਿੱਤਾ। ਜਿਨ੍ਹਾਂ ਕੋਲ ਇੱਕ ਮਿੰਟ ਵੀ ਟਾਈਮ ਨਹੀਂ ਸੀਗਾ, ਕੁੱਕੜਾਂ ਦੇ ਵਾੜੇ ਵਾਂਗ ਸਭਨਾਂ ਨੂੰ ਅੰਦਰ ਤਾੜ ਕੇ ਰੱਖ ਦਿੱਤਾ। ਐਡੀ ਕੁਦਰਤ ਪਰਮਾਤਮਾ ਦੀ ਬਲਵਾਨ ਵੀ ਹੁਣ ਤੁਸੀਂ ਭੱਜ ਨੱਠ ਕਰਕੇ ਦਿਖਾਓ। ਇੱਕਦਮ ਦਿਮਾਗ ਟਿਕਾਣੇ ਆ ਗਿਆ ਵੀ ਅਸਲ ਜ਼ਿੰਦਗੀ ਪ੍ਰਭੂ ਦਾ ਨਾਮ ਹੀ ਹੈ। ਤੋ ਕਿਉਂ ਨਾ ਡੇਲੀ ਦਾ ਨਿਯਮ ਬਣਾਈਏ, ਸਗੋਂ ਕਿ ਆਪਣੇ ਬਾਲ ਬੱਚਿਆਂ ਨੂੰ ਵੀ ਗੁਰੂ ਜੀ ਦੇ ਚਰਨਾਂ ਵਿੱਚ ਲੈ ਕੇ ਹਾਜ਼ਰੀ ਭਰੀਏ। 24 ਘੰਟਿਆਂ ਦੇ ਵਿੱਚੋਂ
ਇੱਕ ਟਾਈਮ ਜ਼ਰੂਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ। ਖੋਲ ਕਪਟ ਗੁਰ ਮੇਲੀਆ। ਹੁਣ ਗੁਰਾਂ ਨੇ ਭਰਮ ਰੂਪ ਜਾਂ ਪੰਜ ਕੋਸ਼ਾਂ ਰੂਪ ਦਰਵਾਜ਼ੇ ਖੋਲ ਕੇ ਮੈਨੂੰ ਮੇਲ ਦਿੱਤਾ ਹੈ। ਨਾਨਕ ਹਰ ਸੰਗਾ ਮੀਤਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹਰੀ ਮਿੱਤਰ ਦੇ ਨਾਲ ਸਾਨੂੰ ਸਤਿਗੁਰਾਂ ਨੇ ਆਪ ਮੇਲ ਦਿੱਤਾ ਹੈ। ਸ਼ੰਤਾ। ਇਹ ਵਾਹਿਗੁਰੂ ਦਾ ਜਸ ਰੂਪੀ ਸ਼ਬਦ ਉਚਾਰਨ ਕਰਦੇ ਨੇ ਜਿਹਦੇ ਵਿੱਚ ਸੰਗੀਤ ਹੋਵੇ, ਭਾਵ ਬਾਜੇ ਦੀ ਸੁਰ ਵੀ ਹੋਵੇ ਤੇ ਜੋੜੀ ਦਾ ਤਾਲ ਵੀ ਹੋਵੇ। ਬਾਣੀ ਦੇ ਨਾਲ ਭਾਵੇਂ ਵਾਜਾ ਨਾ ਵੀ ਵੱਜੇ, ਢੋਲਕੀ ਜੋੜੀ ਨਾ ਵੀ ਵੱਜੇ ਤੇ ਬਿਨਾਂ ਹੀ ਆਪਣਾ ਸਾਜ਼ਾਂ ਤੋਂ ਕੋਈ ਗਾਉਣ ਵਾਲਾ ਸਹੀ ਹੋਵੇ, ਇਹ ਸੁਰ ਲਹਿਰ ਦੇ ਵਿੱਚ ਰਸਮਈ ਤਰੀਕੇ ਨਾਲ ਪਾਠ ਕਰ ਸਕਦਾ ਹੈ। ਇਹ ਸ਼ਾਂਤ ਸੰਗੀਤਮਈ ਕਵਿਤਾਮਈ ਗੁਰੂ ਸਾਹਿਬ ਜੀ ਜਸ ਉਚਾਰਦੇ ਨੇ। ਸੁਣ ਯਾਰ ਹਮਾਰੇ ਸੱਜਣਾ। ਇਹ ਸਾਡੇ ਸੱਜਣ ਪਰਮਾਤਮਾ ਦੀ ਯਾਰ ਸਤਿਗੁਰੂ ਸੁਣਨਾ ਕਰੋ। ਏਕਾ ਕਰੋ ਬੇਨੰਤੀਆ। ਮੈਂ ਇੱਕ ਬੇਨਤੀ ਕਰਦੀ ਹਾਂ, ਯਾਰ ਪਿਆਰ ਦੀ ਬੋਲੀ ਹੈ। ਮਾਤਾ ਦੇ ਗਰਭ ਦੇ ਵਿੱਚ ਰੱਖਿਆ ਕਰਨ ਵਾਲੇ ਨੂੰ ਯਾਰ ਆਖਿਆ ਹੈ। ਸੱਜਣ ਮਰਨ ਤੋਂ ਬਾਅਦ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਨੂੰ ਸੱਜਣ ਆਖਿਆ ਹੈ। ਵਾਹਿਗੁਰੂ ਜੰਮਣ ਤੋਂ ਪਹਿਲਾਂ ਵੀ ਬੱਚੇ ਨੂੰ ਰੱਖਦਾ ਹੈ, ਇਸ ਲਈ ਉਹ ਸਾਡਾ ਯਾਰ ਹੈ। ਤੇ ਮਰਨ ਤੋਂ ਬਾਅਦ ਵੀ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ, ਉੱਥੇ ਵੀ ਸਾਡੀ ਸਹਾਇਤਾ ਕਰੇਗਾ। ਐਸਾ ਮੋਹਨ ਲਾਲ ਪਿਆਰੇ। ਕਹਿੰਦੇ ਦੱਸ ਕੀ ਬੇਨਤੀ ਕਰਦੀ ਹੈ। ਕਹਿੰਦੇ ਮਨ ਨੂੰ ਮੋਹਿਤ ਕਰਨ ਵਾਲੇ ਲਾਲ ਦਾ ਅਰਥ ਵੀ ਪਿਆਰੇ ਹੈ, ਪਿਆਰੀ ਦਾ ਅਰਥ ਵੀ ਪਿਆਰੀ ਹੈ। ਸੋ ਇੰਜ ਅਰਥ ਬਣਿਆ ਪਿਆਰਿਆਂ ਦੇ ਪਿਆਰੇ ਜਾਂ ਅਤਿਅੰਤ ਪਿਆਰੇ ਪ੍ਰਭੂ ਨੂੰ। ਆਓ ਫਿਰ ਖੋਜੰਤੀਆ। ਮੈਂ ਲੱਭਦੀ ਫਿਰਦੀ ਹਾਂ। ਐਸਾ ਦਸ ਪਿਆਰੇ। ਮੈਨੂੰ ਉਸ ਪਿਆਰੇ ਪ੍ਰਭੂ ਦਾ ਪਤਾ ਦੱਸ ਦਿਓ। ਕਹਿੰਦੇ ਜੇ ਦੱਸ ਦਈਏ ਤਾਂ ਕੀ ਦੇਵੇਂਗੇ। ਸਿਰ ਧਰੀ ਉਤਾਰੇ। ਮੈਂ ਪ੍ਰਤੱਖ ਸਿਰ ਜਾਂ ਹੰਕਾਰ ਰੂਪੀ ਸਿਰ ਲਾ ਕੇ ਤੁਹਾਡੇ ਚਰਨਾਂ ਦੇ ਧਰ ਦਿਆਂਗੇ। ਹਉ ਮਨ ਅਰਪੀ ਸਭ ਤਨ ਅਰਪੀ, ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ। ਹਉ ਸਿਰ ਅਰਪੀ ਤਿਸ ਮੋਹਿਤ ਪਿਆਰੇ, ਜੋ ਪ੍ਰਭ ਦੇਸ ਦੇਸਾ। ਜਿਹੜਾ ਸਾਨੂੰ ਸੁਨੇਹਾ ਹੀ ਦੇ ਦੇ, ਮੈਂ ਸਿਰ ਵੀ ਲਾ ਕੇ ਉਹਦੇ ਚਰਨਾਂ 'ਚ ਬੈਠਾ ਰੱਖ ਦਿਆਂਗੇ। ਸਾਹਿਬ ਕੀ ਬਾਤ ਦੀ ਆਖੈ, ਕਹੋ ਨਾਨਕ ਕਿਆ ਦੀਜੈ। ਜੇ ਤੈਨੂੰ ਕੋਈ ਮਾਲਕ ਦੀ ਗੱਲ ਸੁਣਾਏ, ਮਹਾਰਾਜ ਦੀ ਕਥਾ ਸੁਣਾਏ, ਜੇ ਕੋਈ ਤੈਨੂੰ ਟੈਲੀਫੋਨ ਨੰਬਰ ਦੇ ਦੇ, ਫੋਨ ਨੰਬਰ ਸਾਨੂੰ ਕਿਤੇ ਮਿਲ ਜਾਏ ਜਿਹਦੇ ਨਾਲ ਆਪਾਂ ਮਹਾਰਾਜ ਨਾਲ ਗੱਲ ਕਰ ਸਕੀਏ, ਤੇ ਦੱਸੋ ਕਿੰਨੀ ਖੁਸ਼ੀ ਹੋਏਗੀ। ਸਤਿਗੁਰੂ ਜੀ ਕਹਿੰਦੇ ਵੀ ਜੇ ਤੈਨੂੰ ਫੋਨ ਨੰਬਰ ਹੀ ਦੇ ਦਈਏ, ਉਹਦਾ ਐਡਰੈਸ ਉਹਦਾ ਪਤਾ ਦੱਸ ਦਈਏ, ਚਿੱਠੀ ਪੱਤਰ ਦਾ ਦੱਸ ਕੀ ਦੇਗਾ ਗੁਰਮੁਖਾ ਸਾਨੂੰ। ਕਹਿੰਦੇ ਮਹਾਰਾਜ ਹੋਰ ਮੇਰੇ ਕੋਲ ਕੀ ਹੈ, ਸੀਸ ਵੱਡੇ ਕਰ ਬੈਸਣ ਦੀਜੈ, ਮਿਣ ਸਿਰ ਸੇਵ ਕਰੀਜੈ। ਤੁਸੀਂ ਫੋਨ ਨੰਬਰ ਤਾਂ ਦਿਓ, ਮਹਾਰਾਜ ਨਾਲ ਗੱਲ ਤਾਂ ਕਰਾਓ, ਮੈਂ ਸਿਰ ਲਾ ਕੇ ਤੁਹਾਡੇ ਬੈਠਣ ਲਈ ਜਾਂ ਪਰਮਾਤਮਾ ਦੇ ਬੈਠਣ ਲਈ ਮੂੜਾ ਬਣਾ ਕੇ ਦੇਵਾਂਗੇ। ਤੇ ਕਹਿੰਦੇ ਫਿਰ ਸੇਵਾ ਕਿਵੇਂ ਕਰੇਂਗੇ। ਇਹਨਾਂ ਉਤਸ਼ਾਹ ਮਨ ਦੇ ਵਿੱਚ ਕਹਿੰਦੇ ਬਿਨਾਂ ਹੀ ਸਿਰ ਤੋਂ ਸੇਵਾ ਕਰਾਂਗੇ। ਜਿਵੇਂ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਸੇਵਾ ਕੀਤੀ ਸੀਸ ਤੋਂ ਬਗੈਰ, ਪੰਜ ਪਿਆਰੇ ਸਾਹਿਬਾਨਾਂ ਨੇ ਵੇਖੋ ਸਿਰ ਤੋਂ ਬਗੈਰ ਹੀ ਸੇਵਾ ਕੀਤੀ। ਸੀਸ ਤਾਂ ਭੇਟਾ ਕਰ ਦਿੱਤਾ ਮਹਾਰਾਜ ਦੀ ਸੇਵਾ ਦੇ ਵਿੱਚ।
ਤੇ ਫਿਰ ਬਿਨਾਂ ਹੀ ਸੀਸ ਤੋਂ ਸੇਵਾ ਨਿਭਾਈ। ਗੁਰੂ ਸਾਹਿਬ ਨੇ ਕਿਰਪਾ ਕਰਕੇ ਫਿਰ ਜੀਵਤ ਕਰ ਦਿੱਤਾ। ਫਿਰ ਮਹਾਰਾਜ ਨੇ ਆਖਿਆ ਵੀ ਇਹ ਪੰਜ ਪ੍ਰਮਾਣ ਪੰਜ ਪ੍ਰਧਾਨ ਨੇ। ਗੁਰਦੁਆਰੇ ਦਾ ਪ੍ਰਧਾਨ ਜਿਹਨੇ ਬਹੁਤੀ ਡੋਨੇਸ਼ਨ ਦਿੱਤੀ ਉਹ ਨਹੀਂ, ਤੇ ਮਹਾਰਾਜ ਕਹਿੰਦੇ ਜਿਹਨੇ ਸਿਰ ਦਿੱਤਾ ਹੈ ਕੁਰਬਾਨੀ ਵਾਲੇ, ਇਸ ਘਰ ਦੇ ਮੁਖੀਏ ਨੇ। ਸੰਤਨ ਹੱਥ ਰਾਖੀ ਕੁੰਜੀ, ਜਿਹੜੀਆਂ ਜੰਦਰੇ ਦੀਆਂ ਕੁੰਜੀਆਂ ਗੋਲਕ ਦੀਆਂ ਚਾਬੀਆਂ ਨੇ, ਇਹ ਸ਼ਹੀਦਾਂ ਦੇ ਹੱਥ ਮਹਾਰਾਜ ਨੇ ਫੜਾਈਆਂ ਨੇ। ਪਰ ਲੋਕ ਦੇ ਵਿੱਚ ਦੇਵਤਿਆਂ ਸਵਰਗਾਂ ਨੂੰ ਵੀ ਖਾਣਾ ਦਾਣਾ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਹੀਦਾਂ ਦੇ ਰਾਹੀਂ ਵਰਤਾਉਂਦੇ ਨੇ। ਇਹਨਾਂ ਨੂੰ ਪ੍ਰਧਾਨ ਬਣਾਇਆ ਹੋਇਆ ਸਿਰ ਦੇਣ ਵਾਲਿਆਂ ਦਾ। ਵੇਖਣ ਵਾਲਾ ਹੈਰਾਨ ਹੁੰਦਾ ਵੀ ਉਮਰਾਂ ਛੋਟੀਆਂ ਜੀਆਂ ਤੇ ਵੇਖੋ ਕਿੰਨੀ ਤਰੱਕੀ ਹੈ। ਪਰ ਅਸੀਂ ਬਜ਼ੁਰਗ ਹੋ ਗਏ, ਕਮਾਈ ਕਰਦੇ ਹਾਂ, ਕਿਤੇ ਰੁਪਈਆ ਕਿਸੇ ਨੂੰ ਦਿਖਾਇਆ ਤੱਕ ਨਹੀਂ। ਸਭ ਉਮਾ ਟਾਮਾ ਆਪਣੇ ਕੋਲ ਸਾਂਭ ਕੇ ਰੱਖੀਆਂ ਹੋਈਆਂ। ਪਰ ਜਿਨ੍ਹਾਂ ਜਵਾਨਾਂ ਨੇ ਆਪਣੀਆਂ ਜਾਨਾਂ ਦੇਸ਼ ਤੇ ਕੌਮ ਵਾਸਤੇ ਭੇਟਾ ਕੀਤੀਆਂ, ਉਹਨਾਂ ਨਾਲ ਉਹ ਬੰਦਾ ਕੀ ਬਰਾਬਰੀ ਕਰ ਸਕਦਾ ਹੈ ਜਿਹਨੇ ਇੱਕ ਰੁਪਈਆ ਵੀ ਦਾਨ ਨਹੀਂ ਦਿੱਤਾ। ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ। ਇਸ ਲਈ ਸੀਸ ਦੀ ਭੇਟਾ ਸਭ ਤੋਂ ਉੱਤਮ ਭੇਟਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੇ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇ ਕੇ ਵੀ ਨਹੀਂ ਕਹਿਣਾ ਕਿ ਮੈਂ ਸਿਰ ਦਿੱਤਾ ਹੈ। ਨਿਰਹੰਕਾਰ ਵਾਲੀ ਅਵਸਥਾ। ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਉਹਨਾਂ ਦੀ ਕਥਾ ਕਰਨ ਦਾ ਤਰੀਕਾ ਕੁਛ ਆਪਣੀ ਕਿਸਮ ਦਾ, ਉਹਨਾਂ ਦਾ ਆਪਣਾ ਹੀ ਹੈ। ਅੰਦਾਜ਼ ਬਹੁਤ ਹੀ ਜ਼ਿਆਦਾ ਰੌਚਕ ਹੈ। ਮੈਂ ਉਹਨਾਂ ਤੋਂ ਕਥਾ ਸੁਣੀ ਤੇ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ। ਕਹਿੰਦੇ ਵਾਹਿਗੁਰੂ ਜੀ ਦੇ ਨਾਲ ਜੇ ਗੱਲ ਕਰਨੀ ਹੋਏ, ਵਚਨ ਕਰਨੇ ਹੋਣ, ਅੱਜ ਕੱਲ੍ਹ ਫੋਨਾਂ ਦਾ ਜ਼ਮਾਨਾ ਹੈ। ਮਹਾਰਾਜ ਦਾ ਮੋਬਾਈਲ ਨੰਬਰ ਹੈ 511। ਇੱਥੇ ਸਿੱਧੀ ਡਾਇਰੈਕਟ ਜਿਸ ਤਰ੍ਹਾਂ 100 ਨੰਬਰ ਡਾਇਲ ਕਰਨ ਤੇ ਪੁਲਿਸ ਆਉਂਦੀ, ਤੇ 101 ਨੰਬਰ ਦੇ ਐਂਬੂਲੈਂਸ, ਇਹ ਵੱਖੋ ਵੱਖਰੇ ਨੰਬਰ ਨੇ। ਇਹ ਰੱਬ ਦਾ ਸਿੱਧਾ ਹੀ ਨੰਬਰ ਹੈ 511। ਇਹ ਡਾਇਲ ਕਰੋ ਤੇ ਸਿੱਧੀਆਂ ਰੱਬ ਨਾਲ ਗੱਲਾਂ ਕਰੋ। ਤੁਸੀਂ ਹੈਰਾਨ ਹੋਵੋਗੇ ਇਹ ਨੰਬਰ ਕੈਸਾ ਹੈ। ਉਹ ਗਿਆਨੀ ਜੀ ਨੇ ਇਹਨੂੰ ਐਕਸਪਲੇਨ ਕੀਤਾ, ਮੈਨੂੰ ਬਹੁਤ ਚੰਗਾ ਲੱਗਾ। ਕਹਿੰਦੇ ਪੰਜ ਦਾ ਭਾਵ ਤਾਂ ਪੰਜ ਬਾਣੀਆਂ। ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਤੋ ਪ੍ਰਸਾਦ ਸਵਈਏ, ਚੌਪਈ ਤੇ ਆਨੰਦ ਸਾਹਿਬ। ਇਹ ਪੰਜ ਬਾਣੀਆਂ ਅੰਮ੍ਰਿਤ ਵੇਲੇ। ਤੇ ਇੱਕ ਸੰਨਿਆ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਨੰਦੇ, ਸੰਧਿਆ ਦੇ ਵਕਤ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ। ਕਈ ਵਾਰ ਸ਼ਾਮਾਂ ਨੂੰ ਸਾਨੂੰ ਢਲਿਆਈ ਹੋ ਜਾਂਦੀ ਹੈ। ਕਾਰੋਬਾਰੀ ਐਸੇ ਨੇ, ਮੈਂ ਮੁਸਲਮਾਨਾਂ ਦਾ ਨਿਯਮ ਵੇਖਿਆ ਕਿ ਜਿੱਥੇ ਵੀ ਨਮਾਜ਼ ਦਾ ਟਾਈਮ ਹੋਵੇ ਉੱਥੇ ਹੀ ਉਹ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ, ਭਾਵੇਂ ਦੁਕਾਨ 'ਤੇ ਹੋਣ ਤੇ ਭਾਵੇਂ ਬੱਸ ਸਟੈਂਡ 'ਤੇ ਹੋਣ। 2 ਵਾਰ ਮੈਂ ਨੋਟ ਕੀਤਾ, ਨਮਾਜ਼ ਦਾ ਟਾਈਮ ਹੋਇਆ ਹੈ, ਉਸੇ ਵਕਤ ਜਿੰਨੇ ਮਰਜ਼ੀ ਗਾਹਕ ਖੜੇ ਨੇ ਉਹਨਾਂ ਸ਼ਟਰ ਸੁੱਟ ਕੇ ਤੇ ਦੁਕਾਨ ਦੇ ਅੱਗੇ ਆਪਣਾ ਮਸੱਲਾ ਵਿਛਾ ਕੇ ਗੋਡੀਆਂ ਦੀਆਂ ਮੋਢੀਆਂ ਮਾਰ ਕੇ ਤੇ ਹੱਥ ਉੱਪਰ ਨੂੰ ਕਰਕੇ ਨਮਾਜ਼ ਅਦਾ ਕਰਨ ਲੱਗ ਪੈਣਾ। ਖੜੇ ਗਾਹਕ ਖੜੇ ਰਹਿਣ, ਕਿਉਂਕਿ ਜਿਹਨੂੰ ਮਰਨ ਤੋਂ ਬਾਅਦ ਜਾਨ ਦੇਣੀ ਹੈ ਉਹਦਾ ਨਾਮ ਵੀ ਤਾਂ ਲੈਣਾ ਚਾਹੀਦਾ। ਜ਼ਿੰਦਗੀ ਤਾਂ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ, ਕੰਮ ਤਾਂ ਕਿਸੇ ਨੂੰ ਮੁਕਾਏ ਨਹੀਂ ਤੇ ਨਹੀਂ ਨਾ ਕਿ ਇਹ ਕਾਜ ਮਾਇਆ ਪੂਰੇ। ਇੱਕ ਮੈਂ ਮਾਤਾ ਬਜ਼ੁਰਗ ਵੇਖਦਾ ਹੁੰਦਾ, ਬੁੱਧਵਾਰ ਬੀਬੀਆਂ ਦਾ ਸਤਸੰਗ ਹੋਣਾ,
ਉਹਨੇ ਦਬਲ ਕੇ ਮਸ਼ੀਨ ਚਲਾਉਣੀ ਆਪਣੀ ਰੋਜੀ ਰੋਟੀ ਖਾਤਰ। ਜਿਉਂ ਸਵੇਰ ਤੋਂ ਰਾਤ ਦੇ 12 ਵਜੇ ਤੱਕ, ਪਰ ਜਦ ਸਤਸੰਗ ਦਾ ਟਾਈਮ ਹੋਣਾ ਬੁੱਧਵਾਰ, ਜਿੰਨੇ ਮਰਜ਼ੀ ਗਾਹਕ ਬੈਠੇ ਹੋਣ, ਮਾਈਆਂ ਬੀਬੀਆਂ, ਤੇ ਮੈਨੂੰ ਕਾਹਲੀ ਆ ਜੀ ਆ ਜੀ ਆਓ ਜੀ, ਉਹਨੇ ਸਭ ਕੁਝ ਸੁੱਟ ਗਿਆ ਤੇ ਦੌੜ ਜਾਣਾ, ਕਹਿਣਾ ਵੀ ਪ੍ਰਮਾਤਮਾ ਨੂੰ ਜਾਣ ਦੇਣੀ ਹੈ, ਕੁਛ ਉਹਦਾ ਵੀ ਨਾਮ ਲੈਣਾ ਚਾਹੀਦਾ, ਕੰਮਾਂ ਦੇ ਨਾਲ ਥੋੜ੍ਹਾ ਜਾਣਾ। ਘੜੀ ਘੰਟਾ ਉਹ ਬੀਬੀਆਂ ਦੇ ਸਤਸੰਗ 'ਚ ਜ਼ਰੂਰ ਜਾਣਾ। ਭਾਜ ਪੜੋ ਹਸਰਨਾ, ਦੁਨੀਆ ਦਾ ਤਾਂ ਇਹੀ ਹਾਲ ਹੈ, ਭੱਜ ਕੇ ਆਉਣਾ ਪੈਂਦਾ ਹੈ। ਉਹ ਇੰਜ ਮੁਸਲਮਾਨ ਨਿਯਮ ਦੇ ਬੜੇ ਪੱਕੇ ਨੇ। ਇੱਕ ਤਾਂ 12 ਸਾਲ ਦੇ ਬੱਚੇ ਦੀ ਸੁਨਤ ਕਰ ਦਿੰਦੇ, ਤੇ ਅਸੀਂ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੁੰਦੇ। ਦੂਜਾ, ਉਹ 5 ਨਮਾਜ਼ਾਂ ਦਾ ਟਾਈਮ ਬਿਲਕੁਲ ਟਾਈਮ ਸਿਰ, ਜਦੋਂ ਵੀ ਟਾਈਮ ਹੋਇਆ ਭਾਵੇਂ 5 ਜਾਂ 10 ਮਿੰਟ, ਆਸਮਾਨੀ ਮਸੀਤ ਹੈ, ਤੇ ਜਦੋਂ ਨਮਾਜ਼ ਦਾ ਸਮਾਂ ਹੁੰਦਾ ਹਫ਼ਤੇ ਬਾਅਦ, ਸ਼ੁੱਕਰਵਾਰ ਦੀ ਸ਼ਾਮ ਨੂੰ ਸ਼ਾਇਦ ਪੜ੍ਹਦੇ ਨੇ, ਤੇ ਬਿਲਕੁਲ ਟਾਈਮ ਸਿਰ ਐਨ ਮੌਕੇ 'ਤੇ ਸਾਈਕਲ ਹੀ ਸਾਈਕਲ। ਕਈ ਵਾਰ ਵੇਖ ਕੇ ਬੰਦਾ ਸਮਝਦਾ ਭੀੜ ਕਾਹਦੀ ਲੱਗ ਗਈ, ਕੋਈ ਮਿਸਤਰੀ ਹੈ, ਕੋਈ ਮਜ਼ਦੂਰ ਹੈ, ਸਭ ਲੇਬਰ ਟੱਪਕਾ, ਸਭ ਕੰਮ ਛੱਡ ਕੇ ਉਹਨਾਂ ਕਹਿਣਾ ਵੀ ਸਾਡਾ ਮਸੀਤ ਦਾ ਟਾਈਮ ਹੋ ਗਿਆ। ਸਾਨੂੰ ਸਿੱਖਾਂ ਨੂੰ ਰਹਿ ਰਸ ਦੇ ਟਾਈਮ ਦਾ ਪਤਾ ਹੀ ਨਹੀਂ ਕਿ ਰਹਿ ਰਸ ਦਾ ਟਾਈਮ ਵੀ ਹੈ। ਸਮੇਂ ਸਿਰ ਸੋਦਰ ਦਾ ਪਾਠ ਕਰਨਾ। ਇੱਕ ਗਿਆਨੀ ਬਲਵਿੰਦਰਪਾਲ ਸਿੰਘ ਜੀ ਬੁੱਢਰ, ਉਹਨਾਂ ਦੀ ਗੱਲ ਮੈਨੂੰ ਬੜੀ ਕਾਰਗਰ ਲੱਗੀ। ਕਹਿੰਦੇ ਜੇ ਟਾਈਮ ਨਾ ਹੋਵੇ, ਪਹਿਲੀ ਗੱਲ ਤਾਂ ਰਹਿ ਰਸ ਦੇ ਟਾਈਮ ਦੇ ਪੂਰੀ ਰਹਿ ਰਸ ਦਾ ਪਾਠ ਕਰੋ, 10, 15, 20 ਮਿੰਟ ਟਿਕਾ ਦੇ ਨਾਲ। ਜੇ ਬਹੁਤੀ ਕਾਲੀ 5-7 ਮਿੰਟਾਂ 'ਚ ਵੀ ਹੋ ਜਾਂਦੀ। ਜੇ ਇੰਨਾ ਵੀ ਟਾਈਮ ਨਹੀਂ ਸਾਡੇ ਕੋਲ, ਤੇ ਕਹੋ ਨਾਨਕ ਹਮ ਨੀਚ ਕਰਮਾ, ਜਿੱਥੋਂ ਤੱਕ ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਇੰਨੀ ਪੜ੍ਹ ਲਓ, ਬਾਕੀ ਜਦੋਂ ਟਾਈਮ ਲਗਾ ਲਓ ਪੜ੍ਹ ਲਿਓ। ਜੇ ਇੰਨਾ ਵੀ ਟਾਈਮ ਨਹੀਂ ਤਾਂ ਸੋਦਰ ਦਾ ਕੀਰਤਨ ਸੱਚਖੰਡ ਵਿੱਚ ਵੀ ਹੁੰਦਾ ਹੈ। ਇਕੱਲਾ ਸੋਦਰ ਹੀ ਪੜ੍ਹੋ, ਜਿਹੜਾ ਰਾਗੀ ਸਿੰਘ ਮਾਝੀ 'ਤੇ ਪੜ੍ਹਦੇ ਨੇ। ਫਿਰ ਜਦੋਂ ਬਾਕੀ ਟਾਈਮ ਲੱਗਾ, ਉਦੋਂ ਬਾਕੀ ਵੱਡੀ ਰਹਿਰਸ ਕਰ ਲਓ। ਸ਼ਾਮ ਨੂੰ, ਰਾਤ ਨੂੰ ਸੌਣ ਲੱਗਿਆ ਕੀਰਤਨ ਸਵੇਲੇ ਦਾ ਪਾਠ ਇਸ ਵਾਸਤੇ ਹੈ ਕਿ ਮਹਾਰਾਜ ਨਾਲ ਬਾਤਾਂ ਮਾਰਨੀਆਂ ਨੇ, ਫੋਨ 'ਤੇ ਗੱਲਾਂ ਕਰਨੀਆਂ ਨੇ। 5 1 ਨੰਬਰ ਡਾਇਲ ਕਰਨ ਦਾ ਭਾਵ ਹੀ ਹੈ। ਵਾਹ ਮਹਾਰਾਜ ਤੂੰ 4 ਸੱਜਣ ਮੰਡਿਆ, ਦੇਈ ਸੇਸੀ ਉਤਾਰ, ਨੈਣ ਮਹਿੰਦੇ ਤਸਦੇ ਕਦ ਪਸੀ ਦੀਦਾਰ। ਬਾਣੀ ਪੜ੍ਹੀ ਦਾ ਇਹ ਲਾਭ ਹੈ ਕਿ ਮਹਾਰਾਜ ਦੇ ਦਰਸ਼ਨ ਹੁੰਦੇ ਨੇ। ਜੇ ਤੁਸੀਂ ਦਾਨ ਕਰੋ, ਪੁੰਨ ਕਰੋ, ਤੇ ਸਵਰਗਾਂ 'ਚ ਵਾਸਾ ਹੁੰਦਾ। ਜੇ ਕੋਈ ਤਪ ਕਰੇ ਤੇ ਬ੍ਰਹਮ ਲੋਕ ਵਿੱਚ ਜਾਂਦਾ ਹੈ। ਜੇ ਕੋਈ ਯੋਗੀ ਯੋਗਾ ਅਭਿਆਸ ਕਰੇ ਤਾਂ ਉਹ ਸ਼ਿਵਪੁਰੀ ਦੇ ਵਿੱਚ ਵਾਸਾ ਪਾਉਂਦਾ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਕਥਾ ਕੀਰਤਨ ਬਾਣੀ ਪਾਠ ਪੂਜਾ ਮਾੜਾ ਵੇਰਦਾ ਸਿਮਰਨ ਕਰਦਾ, ਉਹਦਾ ਫਲ ਇਹ ਹੈ ਕਿ ਉਹਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਇਹ ਮਹਾਰਾਜ ਆਪ ਦੇ ਦਰਸ਼ਨਾਂ ਵਾਸਤੇ ਅਸੀਂ ਤਰਸਦੇ ਪਏ ਹਾਂ। ਬੁੱਢਾ ਹੋਇਆ ਸੇਖ ਫਰੀਦ, ਕੰਬਲ ਲੱਗੀ ਦੇ ਜਿਸ ਵਰਿਆ ਜੀਵਨਾ ਪੀਤਨ ਹੋ ਸੀਖੇ। ਤਨ ਸੁੱਕਾ ਪਿੰਜਰ ਪੀਆ, ਤਲੀਆਂ ਖੁੰਡੇ ਟਾਕ, ਅਜੇ ਸੁਰਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਕਾਗਾ ਕਰੰਗ ਢੋਲਿਆ, ਸਗਲਾ ਖਾਇਆ ਮਾਸ, ਇਹ ਦੋਈ ਨੈਣਾ ਮਤ ਛੋਹ, ਫਿਰ ਦੇਖਣ ਕੀ ਆਸ। ਵੇਖੋ ਧੰਨ ਭਗਤ ਜੀ ਸਾਹਿਬ ਦੇ ਪਾਵਨ ਸ਼ਲੋਕ, ਸਾਰੇ ਸ਼ਲੋਕਾਂ ਦੇ ਵਿੱਚ ਮਹਾਰਾਜ ਜੀ ਦੇ ਦਰਸ਼ਨਾਂ ਦੀ ਕੜਮ ਤੇ ਤਾਂ ਵੈਰਾਗ ਹੈ। ਆਓ ਫਿਰੋ ਖੋ ਜੰਤੀਆਂ, ਆਪ ਨੂੰ ਲੱਭਦੀ ਫਿਰਦੀਆਂ ਹਨ ਜੀ। ਦਸ ਪਿਆਰੇ ਸਿਰ ਧਰੀ ਉਤਾਰੇ। ਇਸ ਪਿਆਰੇ ਪਰਮੇਸ਼ਰ ਦਾ ਪਤਾ ਦੱਸ ਦਿਓ ਤੇ ਮੈਂ ਸਿਰ ਲਾ ਕੇ ਭੇਟਾ ਰੱਖ ਦਿਆਂਗੇ। ਪੂਰੀ ਦਰਸ਼ਨ ਦੀਜੈ। ਹੁਣ ਜੇ ਕਿਸੇ ਨੂੰ ਆਪਾਂ ਫੋਨ ਕਰੀਏ ਕਿ ਸਾਨੂੰ ਆ ਕੇ ਮਿਲ, ਅਗਲਾ ਵਿਹਲਾ ਥੋੜ੍ਹਾ ਬੈਠਾ ਸਾਡੇ ਲਈ।
100 ਕੰਮ ਨੇ। ਜਦੋਂ ਟਾਈਮ ਹੋ ਮਿਲ ਪਊਗਾ। ਹੁਣ ਪਰਮਾਤਮਾ ਨੂੰ ਵੇਖੋ ਕਿੰਨੇ ਕੰਮ ਹਨ। ਸਭ ਸੰਸਾਰ ਨੂੰ ਰੋਜੀ ਰੋਟੀ ਦੇਣੀ, ਕਿਸੇ ਨੂੰ ਜਨਮ ਦੇ ਰਿਹਾ, ਕਿਸੇ ਦੀ ਉਮਰ ਪੂਰੀ ਕਰਕੇ ਉਹਦਾ ਲੇਖਾ ਕਰ ਰਿਹਾ। ਜੇ ਡੇਲੀ ਆਪਾਂ ਨੰਬਰ ਡਾਇਲ ਕਰਾਂਗੇ ਵੀ ਮਹਾਰਾਜ ਸਾਨੂੰ ਮਿਲੋ ਜੀ, ਸੱਚੇ ਪਾਤਸ਼ਾਹ ਦਰਸ਼ਨ ਕਰੋ, ਇਹ ਹੁਣ ਰੱਬ ਦੀ ਮਰਜ਼ੀ ਹੈ। ਪਹਿਲਾਂ ਥੋੜ੍ਹਾ ਬੈਠਾ ਸਾਡੇ ਲਈ ਵੀ ਅੱਜ ਹੀ ਆ ਜਾਊਗਾ। ਕੀਤਾ ਉਹਦੀ ਮਰਜ਼ੀ, ਉਹਦਾ ਸਮਾਂ ਕਦੋਂ ਹੋਵੇ। ਉਹ ਸਾਲ ਨੂੰ ਵੀ ਆ ਸਕਦਾ, 2 ਸਾਲਾਂ ਨੂੰ ਵੀ ਆ ਸਕਦਾ। ਇਉਂ ਮਨ ਵਿੱਚ ਆਸਾ ਹੋਵੇ ਤੇ ਮਹਾਰਾਜ ਜ਼ਰੂਰ ਦਰਸ਼ਨ ਬਖਸ਼ਦਾ। ਇੰਝ ਬੇਨਤੀ ਕਰੋ ਵੀ ਸੱਚੇ ਪਾਤਸ਼ਾਹ, ਮੈਂ ਬਹੁਤਾ ਟਾਈਮ ਨਹੀਂ, ਜੇ ਤੁਹਾਡੇ ਕੋਲ ਬਹੁਤਾ ਸਮਾਂ ਨਹੀਂ ਦਰਸ਼ਨ ਦੇਣ ਲਈ, ਤੇ ਇੱਕ ਭੋਰੀ ਦਰਸ਼ਨ ਦੀ ਜਾਏ ਮੈਨੂੰ। ਭੋਲੀ ਨੂੰ ਇੱਕ ਰੰਚਕ ਮਾਤਰ, ਭੋਰਾ ਕੁ ਮਾਤਰੀ ਦਰਸ਼ਨ ਦੇ ਦਿਓ ਜੀ। ਇਸੇ ਪ੍ਰਕਾਰ ਤਿਸ 10 ਪਿਆਰੇ ਸਿਰ ਧਰੀ ਉਤਾਰੇ, ਭੋਰੀ ਦਰਸ਼ਨ ਦੀਜੈ। ਇਸ ਪਿਆਰੇ ਪਰਮੇਸ਼ਰ ਦਾ ਪਤਾ ਦੱਸ ਦਿਓ, ਮੈਂ ਸਿਰ ਲਾ ਕੇ ਭੇਟਾ ਰੱਖ ਦਿਆਂਗੀ। ਇੱਕ ਮੈਨੂੰ ਭੋਲੀ ਨੂੰ ਰੰਚਕ ਮਾਤਰ ਦਰਸ਼ਨ ਕਰਾ ਦਿਓ, ਜਿਸ ਕਰਕੇ ਗਿਆਨ ਰੂਪੀ ਭੋਰੀ ਦਾ ਮਤਲਬ ਹੈ ਦਿਨ ਚੜ੍ਹੇ, ਜਾਂ ਸਾਡੀ ਭੋਲੀ ਬਿਰਤੀ ਨੂੰ ਇਹ ਭੋਰੀ ਪ੍ਰਕਾਸ਼ ਨੂੰ ਬ੍ਰਹਮ ਆਪਣੇ ਦਰਸ਼ਨ ਦੇਣਾ ਕਰੋ ਜੀ। ਐਨ ਹਮਾਰੇ ਪ੍ਰਿਯ ਰੰਗ ਰੰਗਾਰੇ, ਸਾਡੇ ਨੇਤਰ ਪਿਆਰੇ ਪ੍ਰੀ ਦੇ ਰੰਗ ਦੇ ਵਿੱਚ ਰੰਗੇ ਗਏ ਹਨ। ਕਾ ਤਿਲ ਪੇ ਨਾ ਤਰੀਜੈ, ਉਸ ਵਾਹਿਗੁਰੂ ਨੂੰ ਮਿਲੇ ਤੋਂ ਬਿਨਾਂ ਇੱਕ ਦਿਲ ਮਾਤਰ ਵੀ ਧੀਰਜ ਨਹੀਂ ਹੋ ਸਕਦਾ ਹੈ। ਪ੍ਰਭ ਸਿਉ ਮਨ ਲੀਨਾ, ਆਤਮਾ ਨਾਲ ਸਾਡਾ ਮਨ ਇਸ ਤਰ੍ਹਾਂ ਲੀਨ ਹੋਇਆ, ਭਾ ਮਿਲਿਆ ਹੈ। ਜਉ ਜਲ ਮੀਨਾ, ਜਿਵੇਂ ਮੱਛੀ ਦਾ ਪਾਣੀ ਨਾਲ ਮਿਲਿਆ ਹੁੰਦਾ ਹੈ, ਮੱਛੀ ਵਾਂਗ ਸਾਡਾ ਮਨ ਰੂਪ ਮੱਛ ਆਪ ਜੀ ਦੇ ਦਰਸ਼ਨ ਰੂਪ ਜਲ ਤੋਂ ਬਿਨਾਂ ਨਹੀਂ ਰਹਿ ਸਕਦਾ। ਚਾਤ੍ਰਿਕ ਜਿਵੈ ਤੇ ਸੰਤੀਆ, ਹਰ ਪਪੀਏ ਵਾਂਗ ਦਰਸ਼ਨਾਂ ਲਈ ਤਰਸਦਾ ਰਹਿੰਦਾ ਹੈ। ਪਪੀਆ ਜਿਵੇਂ ਸਮਾਂਤੀ ਬੋਧ ਨੂੰ ਤਰਸਦਾ ਰਹਿੰਦਾ, ਤਿਵੇਂ ਹੀ ਸਾਡਾ ਮਨ ਰੂਪ ਪਪੀਆ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਵਾਲਾ ਹੋ ਰਿਹਾ ਹੈ। ਇਹ ਗੁਰੂ ਰੂਪੀ ਬੱਦਲ ਅਪੀਦ ਨਿਸ਼ਚੇ ਰੂਪ ਉਪਦੇਸ਼ ਦੀ ਕਦ ਵਰਖਾ ਕਰਨਗੇ। ਚੰਦ ਚਕੋਰ ਪ੍ਰੀਤ ਹੈ, ਲਾਇਤਾਰ ਨੇ ਹਰਲੇ, ਸਕਵੀ ਸੂਰਜ ਹੇਤ ਹੈ, ਮਿਲ ਹੋਣ ਸੁਖਲੇ, ਨੇਹੂ ਕਵਲ ਜਲ ਜਾਣੀ ਹੈ, ਕਿੜ ਮੂੰਹ ਵੇਖ ਲੈ, ਮੋਰ ਬਬੀਏ ਬੋਲਦੇ, ਵੇਖ ਬੱਦਲ ਕਰ ਲੈ, ਨਾਰ ਪਧਾਰ ਪਿਆਰ ਹੈ, ਮਾਂ ਪੁੱਤ ਸੰਭਲੇ, ਪੀਰ ਮੁਰੀਦਾਂ ਪਿਰਹੜੀ ਉਹ ਨਿਵਹਿ ਨਾਲੇ। ਸਿਆਣਿਆਂ ਨੇ ਪਰਮੇਸ਼ਰ ਦੇ ਪਿਆਰਿਆਂ ਦੀਆਂ 9 ਨਿਸ਼ਾਨੀਆਂ ਲਿਖੀਆਂ ਨੇ। 9 ਨਿਸ਼ਾਨੀਆਂ। ਆਸ਼ਕਾਰ ਨਮ ਨਿਸ਼ਾਨੀ ਐ ਪਿਸ, ਆਸ਼ਰਦੂ ਰੰਗ ਜ਼ਰਦੂ ਚਸ਼ਮ ਤਰ, ਕਮ ਗੁਫਤਨੋ ਕਮ ਖੁਰਦਨੋ ख्वाब शहरा, इंतजारी बेकरारी दस्त सर। एक श्री नारायण हरि उपदेश नामे पुस्तक है जो पंडित हरदेव जी ने लिखी हुई है। ਉਹਦੇ ਵਿੱਚ ਇਹ ਨਿਸ਼ਾਨੀਆਂ ਲਿਖੀਆਂ ਨੇ ਕਿ ਆ ਸ਼ਰਦੋ ਜਿਹੜੇ ਪ੍ਰੇਮੀ ਨੇ ਰੱਬ ਦੇ, ਉਹਨਾਂ ਨੂੰ ਠੰਡੇ ਸਾਹ ਆਉਂਦੇ ਨੇ, ਠੰਡੇ ਹੌਲੇ ਲੈਂਦੇ ਰਹਿੰਦੇ। ਰੰਗ ਜ਼ਰਦੋ ਜਿਵੇਂ ਫਲ ਪਹਿਲਾਂ ਪੀਲਾ ਰੰਗ ਹੁੰਦਾ, ਪਹਿਲਾਂ ਹਰਾ ਹੁੰਦਾ, ਫਿਰ ਪੀਲਾ ਹੁੰਦਾ, ਫਿਰ ਪੱਕ ਕੇ ਲਾਲ ਹੁੰਦਾ। ਕਿਉਂ ਜਿਹਨੂੰ ਅਜੇ ਪ੍ਰਾਪਤੀ ਨਹੀਂ ਹੋਈ ਉਹਦਾ ਰੰਗ ਡੱਬ ਖੜਬਾ ਪੀਲਾ ਜਿਹਾ ਹੋਣਾ। ਮਹਾਰਾਜ ਦੀ ਉਡੀਕ 'ਚ ਚਸ਼ਮ ਤਰ, ਨੇਤਰ ਤਰ ਰਹਿਣੇ, ਹਮੇਸ਼ਾ ਅਥਰੂ ਵਗਦੇ ਰਹਿਣੇ। ਮੈਂ ਕੱਲ੍ਹ ਵੀ ਆਖਿਆ ਸੀ ਕਿ ਜਿਹਦੀਆਂ ਅੱਖਾਂ 'ਚ ਅਥਰੂ ਨਹੀਂ, ਸਮਝ ਲਓ ਕਿ ਉਹ ਪੱਥਰ ਹੈ, ਬੰਦਾ ਹੈ ਹੀ ਨਹੀਂ, ਸਮਝ ਲਓ ਕਿ ਮੁਰਦਾ ਹੈ। ਰੋਣਾ ਵੈਸੇ ਮਨਾ ਹੈ, ਜੋ ਰੋਵੇ ਸੋਈ ਪਤ ਹੋਵੇ, ਪਰ ਰੱਬ ਦੀ ਪ੍ਰਾਪਤੀ ਲਈ ਰੋਣਾ ਇੱਕ ਪਿਆਰ ਹੈ, ਇੱਕ ਵਿਰੋਹ ਹੈ, ਜਿਹਦੇ ਨਾਲ ਪਾਪ ਧੋਤੇ ਜਾਂਦੇ ਹਨ। ਕੰਮ ਗੁਫਤ ਨੂੰ ਘੱਟ ਬੋਲਣਾ, ਕੰਮ ਖੁਰਦ ਨੂੰ ਖਾਣਾ ਘੱਟ ਕਰ ਦੇਣਾ, ख्वाब शहरा नींद हराम हो जानी।
ਇੰਤਜ਼ਾਰੀ ਉਡੀਕਦੇ ਰਹਿਣਾ, ਬੇਕਰਾਰੀ ਚਿਤ ਖਟਪਟਾ ਬੇਚੈਨੀ ਹੋਣੀ। ਹਰ ਦਸਤ ਸਾਲ ਮੱਥੇ ਤੇ ਹੱਥ ਰੱਖ ਕੇ ਸੋਚਦੇ ਰਹਿਣਾ ਕਿ ਸਾਡੇ 'ਚ ਕੀ ਔਗਣ ਹੈ, ਅਸੀਂ ਉਹਨੂੰ ਦੂਰ ਕਰੀਏ। ਸੱਚੇ ਪਾਤਸ਼ਾਹ ਸਾਨੂੰ ਕਿਉਂ ਨਹੀਂ ਦਰਸ਼ਨ ਦੇ ਰਹੇ? ਜਿਵੇਂ ਪੰਜਵੇਂ ਸਤਿਗੁਰੂ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਆਗਿਆ ਮੰਨ ਕੇ ਲਾਹੌਰ ਵਿਖੇ ਜਾ ਕੇ 1 ਸਾਲ ਪਰ ਉਡੀਕਦੇ ਰਹੇ ਕਿ ਗੁਰੂ ਸਾਹਿਬ ਕਦ ਬੁਲਾਉਂਦੇ ਨੇ। ਚਿੱਠੀਆਂ ਲਿਖ ਭੇਜੀਆਂ, ਮੇਰਾ ਮਨ ਲੋਚੈ ਗੁਰ ਦਰਸ਼ਨ ਦਾਈ, ਬਿਲਬ ਕਰੇ ਚਾਤਰ ਕੀ ਨਿਆਈ, ਤ੍ਰਿਖਣ ਉਤਰੈ ਸਾਂਝ ਨ ਆਵੈ, ਬਿਨ ਦਰਸ਼ਨ ਸੰਤ ਬਿਆਰੇ ਜੀਓ। ਹਉ ਖੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਬਿਆਰੇ ਜੀਓ। ਇਉਂ 3 ਚਿੱਠੀਆਂ ਭੇਜੀਆਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਆਪਣੇ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੀ ਜੀਓ। ਹਉ ਖੋਲੀ ਜੀਓ ਘੋਲ ਕਮਾਈ, ਤੇ ਸੱਚੇ ਗੁਰ ਦਰਬਾਰੀ। ਤੀਜੀ ਚਿੱਠੀ ਤੋਂ ਬਾਅਦ ਜਿਹੜਾ ਚੌਥਾ ਬੰਦ ਹੈ, ਫਿਰ ਜਦ ਮਹਾਰਾਜ ਨੇ ਤੀਜੀ ਚਿੱਠੀ ਪੜ੍ਹੀ, 2 ਚਿੱਠੀਆਂ ਪ੍ਰਤੀ ਨੇ ਲਿਖਾ ਲਈਆਂ। ਬਾਬੇ ਬੁੱਢੇ ਨੂੰ ਭਾਈ ਗੁਰਦਾਸ ਨੂੰ ਭੇਜ ਕੇ ਬੁਲਾਇਆ, ਤਾਂ ਦਰਸ਼ਨ ਕਰਕੇ ਚੌਥਾ ਬੰਦ ਵਿਚਾਰਿਆ। ਗੁਰੂ ਸਾਹਿਬ ਨੇ ਹੁਕਮ ਮੁਤਾਬਕ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਨੇ ਪਾਇਆ, ਸੇਵ ਕਰੀ ਪਰ ਜਸਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਹਉ ਖੋਲੀ ਜੀਓ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਮਹਾਰਾਜ ਔਰ ਰਹਿ ਨਾ ਸਕਾ ਮੈਨੂੰ ਦੇਖੇ ਪ੍ਰੀਤਮ, ਮੈਂ ਦੀਨ ਵਹੀ ਵਹਿ ਚੱਲੇ ਜੀਓ। ਆਪਦੇ ਦਰਸ਼ਨ ਤੋਂ ਬਗੈਰ ਮੇਰੇ ਨੇਤਰ ਨਭ ਰਹਿੰਦੇ ਨੇ, ਵਿਛੋੜਾ ਸੁਣੇ ਦੁੱਖ ਮੈਂ ਡਿਠੇ ਮਰਿਓ। ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ। ਸੋ ਮਹਾਰਾਜ ਆਪ ਤੋਂ ਬਗੈਰ ਸਾਡੀ ਜ਼ਿੰਦਗੀ ਹਰਾਮ ਹੈ, ਸਾਡੇ ਜੀਵਨ ਨੂੰ ਤ੍ਰਿਗਾ ਕਾਲ ਹੈ। ਜੇ ਆਪ ਦੇ ਦਰਸ਼ਨ ਹੀ ਨਹੀਂ ਹੋਏ, ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਗੋਦਾਵਰੀ ਦੇ ਵਿੱਚ ਡੁੱਬ ਕੇ ਮਰਨ ਲੱਗੇ। ਕਹਿੰਦੇ ਨੇ ਗੁਰਦੁਆਰਾ ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ। ਮਸਤੂਆਣਾ ਸਾਹਿਬ, ਹਜੂਰ ਸਾਹਿਬ, ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ। ਮਹਾਂਪੁਰਖਾਂ ਦੀ ਯਾਦ ਵਿੱਚ 1.25 ਲੱਖ ਕਹਿੰਦੇ ਉਹਨਾਂ ਜਪਜੀ ਸਾਹਿਬ ਦਾ ਪਾਠ ਕੀਤਾ ਕਿ ਕਲਗੀਧਰ ਜੀ ਦੇ ਦਰਸ਼ਨ ਹੋਣ। ਪਾਠ ਪੂਰਾ ਹੋ ਗਿਆ। 1.25 ਲੱਖ ਅਰਦਾਸ ਵੀ ਕੀਤੀ, ਮਹਾਰਾਜ ਦੇ ਦਰਸ਼ਨ ਹੋਏ ਹੀ ਨਾ। ਉਹਨਾਂ ਨੇ ਰੋੜ ਗਿਣ ਕੇ ਕੰਢੇ 'ਤੇ ਰੱਖ ਲੈਣੇ, ਪਾਠ ਕਰਕੇ ਰੋੜ ਸੁੱਟ ਦੇਣਾ, ਇਉਂ ਗਿਣਤੀ ਕਰਨੀ। ਕਹਿੰਦੇ ਕਿ ਮੇਰੀ ਜ਼ਿੰਦਗੀ ਨੂੰ ਤ੍ਰਿਗਾ ਕਾਲ ਹੈ, ਡੁੱਬ ਕੇ ਮਰਨਾ ਚੰਗਾ, ਤੈਨੂੰ ਜੀਵਨ ਦਾ ਅਧਿਕਾਰ ਨਹੀਂ, ਤੂੰ ਮਹਾਰਾਜ ਦੇ ਦਰਸ਼ਨ ਹੀ ਨਹੀਂ ਕਰ ਸਕਦਾ। ਜਦ ਗੱਲ ਤੱਕ ਪਾਣੀ 'ਚ ਗਏ ਤੇ ਸਾਹਿਬਾਂ ਨੇ ਕੰਨਾਂ ਵਿੱਚ ਆਵਾਜ਼ ਦਿੱਤੀ, ਕਹਿੰਦੇ ਸੰਤ ਜੀ ਜਿੱਦ ਨਹੀਂ ਕਰੀਦੀ, ਮਰਨਾ ਚੰਗਾ ਨਹੀਂ ਹੈ, ਜ਼ਿੰਦਗੀ ਬੜੀ ਦੁਰਲੱਭ ਹੈ। ਕਹਿੰਦੇ ਮਹਾਰਾਜ ਭਾਰਤੋਂ ਬਗੈਰ ਕੀ ਫਾਇਦਾ, ਤੇ ਦਰਸ਼ਨ ਕਿਉਂ ਨਹੀਂ ਹੋ ਰਹੇ? ਕਹਿੰਦੇ ਇੰਝ ਥੋੜ੍ਹਾ ਹੁੰਦੇ ਨੇ, ਗੁਰਦੁਆਰੇ ਹੋਣਗੇ। ਗੁਰਦੁਆਰੇ ਆ ਜਾ, ਰਾਤ ਦੇ 12 ਵਜੇ ਆਈ ਗੁਰਦੁਆਰਾ ਨਗੀਨਾ ਘਾਟ। ਕਹਿੰਦੇ ਮਹਾਰਾਜ ਹੁਣ ਇਕੱਲਿਆਂ ਨੂੰ ਨਹੀਂ ਮਿਲਣਾ, ਤੁਹਾਡੇ ਨਾਲ ਸਿੰਘ ਵੀ ਹੋਣੇ ਚਾਹੀਦੇ ਨੇ, ਸਾਹਿਬਜ਼ਾਦੇ ਤੇ 5 ਪਿਆਰੇ। ਕਹਿੰਦੇ ਗੁਰਦੁਆਰੇ ਆ ਜਾਈ, ਦਰਸ਼ਨ ਗੁਰਦੁਆਰੇ ਹੁੰਦੇ ਨੇ। ਇਸ ਤੋਂ ਬਾਅਦ ਮਹਾਂਪੁਰਖ ਰਾਤ ਦੇ 12 ਵਜੇ ਗੁਰਦੁਆਰਾ ਨਗੀਨਾ ਘਾਟ ਗਏ। ਲਿਖਣ ਵਾਲੇ ਨੇ ਇਹ ਤੋਂ ਅੱਗੇ ਦੀ ਸਾਖੀ ਨਹੀਂ ਲਿਖੀ, ਕਿਉਂਕਿ ਇਹ ਗੱਲਾਂ ਕਹਿਣ ਦੀਆਂ ਜਾਂ ਸੁਣਾਉਣ ਦੀਆਂ ਜਾਂ ਲਿਖਣ ਦੀਆਂ ਨਹੀਂ ਹੁੰਦੀਆਂ। ਇਹ ਤਾਂ ਮਹਾਰਾਜ ਦੀ ਕਿਰਪਾ ਹੈ। ਜਿਨ ਹਰ ਪਾਇਆ ਤਿਨੇ ਛਪਾਇਆ। ਇਹ ਮੰਨਿਆ ਜਾਂਦਾ ਹੈ ਕਿ ਕਲਗੀਧਰ ਮਹਾਰਾਜ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੂੰ ਮਿਲੇ। ਸਾਹਿਬਜ਼ਾਦਿਆਂ 5 ਪਿਆਰਿਆਂ ਸਮੇਤ ਇਹ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ 'ਤੇ ਜਾਓ, ਉੱਥੇ ਜਾ ਕੇ ਮਾਲਵੇ ਦੇ ਵਿੱਚ
ਧਾਰਨਾ ਵਾਲਾ ਕੀਰਤਨ ਪ੍ਰਾਰੰਭ ਕਰੋ। ਸਿੱਧੀਆਂ ਧਾਰਨਾ ਦੇ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜੋ। ਸੋ ਮਹਾਂਪੁਰਖਾਂ ਨੇ ਅਖੰਡੀ ਬਾਣੀ ਦਾ ਅੰਮ੍ਰਿਤ ਛਕਾਇਆ, ਧਾਰਨਾ ਦਾ ਕੀਰਤਨ ਕਰਕੇ ਬੇਅੰਤਾਂ ਨੂੰ ਗੁਰੂ ਦੇ ਲੜ ਲਾਇਆ। ਸੋ ਐਸੇ ਮਹਾਰਾਜ ਦੇ ਦਰਸ਼ਨ ਹਨ। ਜਾਨ ਨਾਨਕ ਗੁਰਪੂਰਾ ਪਾਇਆ। ਸਤਿਗੁਰੂ ਜੀ ਕਥਨ ਕਰਦੇ ਨੇ, ਜਿਸ ਵੇਲੇ ਮੈਂ ਦਾਸ ਨੇ ਪੂਰੇ ਗੁਰਾਂ ਨੂੰ ਪਾਇਆ ਜਾਂ ਗੁਰਾਂ ਦੁਆਰੇ ਪੂਰਾ ਪ੍ਰਭੂ ਪਾਇਆ। ਸਗਲੇ ਤਿਖਾਂ ਬੁਝੰਤੀਆ। ਪਦਾਰਥਾਂ ਦੀ ਸਾਰੀ ਮੇਰੀ ਤ੍ਰੇਹ ਜਿਹੜੀ ਪਿਆਸ ਸੀ ਬੁਝ ਗਈ। ਯਾਰ ਵੇ ਇਹ ਪਿਆਰ ਦੀ ਬੋਲੀ ਹੈ। ਇਹ ਯਾਰ, ਇਹ ਸੰਤੋ ਜਾਂ ਇਹ ਵਾਹਿਗੁਰੂ ਜੀ, ਇਹ ਗੁਰੂ ਜੀ। ਰੇ ਹੱਪੇ ਸਖੀਆ। ਤੁਸੀਂ ਸਾਰੀਆਂ ਇਹ ਮਹਾਂਪੁਰਖ ਮੇਰੇ ਪਿਆਰੇ ਦੀਆਂ ਸਖੀਆਂ ਹੋ। ਮੂਹ ਕਹੀ ਨਾ ਜੇਹੀਆ। ਮੈਂ ਤੁਹਾਡੇ ਵਿੱਚੋਂ ਕਿਸੇ ਵਰਗੀ ਵੀ ਨਹੀਂ ਹਾਂ। ਇਹਦਾ ਵਾਚਕ ਹੈ ਜਿਹੜਾ ਵੀ ਹੈ, ਇਹ ਪਿਆਰੇ ਸੰਤੋ ਮਿੱਤਰ, ਸਾਰੀਆਂ ਜੋ ਸੰਤਾਂ ਰੂਪ ਜਾਂ ਜਗਿਆਸੂ ਰੂਪ ਸਹੇਲੀਆਂ, ਕੋਈ ਸ਼ਰਧਾ ਵਾਲੀ ਹੈ, ਕੋਈ ਪ੍ਰੇਮ ਵਾਲੀ ਹੈ, ਕੋਈ ਭਗਤੀ ਵਾਲੀ ਹੈ, ਕੋਈ ਗਿਆਨ ਵਾਲੀ, ਇਹਨਾਂ 'ਚੋਂ ਮੈਂ ਕਿਸੇ ਵਰਗੀ ਵੀ ਨਹੀਂ। ਪਰ ਮੇਰੇ ਵਿੱਚ ਇਹਨਾਂ ਵਰਗੇ ਗੁਣ ਨਹੀਂ ਹਨ। ਯਾਰ ਵੇ ਇਹ ਯਾਰ, ਇਹ ਸੰਤੋ, ਇੱਕ ਡੂੰ ਇੱਕ ਚਾੜੈ। ਜਾਣ ਕੇ ਤੁਸੀਂ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੀਆਂ ਹੋ। ਹਉ ਕਿਸ ਸਚ ਦੇਹੀਆ। ਮੈਂ ਕਿਸ ਤਰ੍ਹਾਂ ਪਿਆਰੇ ਦੇ ਚੇਤੇ ਰਹਿ ਸਕਦੀ ਹਾਂ। ਮੰਜ ਕੁਚ ਜੀ ਮਾਮਨ ਡੋਸੜੇ, ਹਉ ਕਿਉ ਸਭ ਰਾਮਣ ਜਾਓ ਜੀਓ। ਇੱਕ ਦੂ ਇੱਕ ਚੜ੍ਹਦੀਆਂ, ਆਉਣ ਜਾਣ ਮੇਰਾ ਨਾਮ ਜੀਓ। ਜਿਨੀ ਸਕੀ ਸਹੁਰਾਵਿਆ, ਸੇ ਅੰਬੀ ਛਾਪੜੀ ਇਹ ਜੀਓ। ਅੰਬ ਲੱਗੇ ਹੋਏ ਨੇ, ਅੰਬਾਂ ਦੀ ਛਾਂ ਕਿੰਨੀ ਸੋਹਣੀ ਹੈ। ਸਗੀਆਂ ਨੇ ਸੌ ਪਤੀ ਨੂੰ ਰਾਵਿਆ, ਉਹ ਅੰਬਾਂ ਦੀ ਛਾਂ ਵਰਗੀਆਂ ਨੇ। ਸੇ ਗੁਣ ਮੰਜ ਨਾ ਆਵਣੀ, ਉਹਨਾਂ ਵਰਗੇ ਗੁਣ ਮੇਰੇ 'ਚ ਨਹੀਂ ਆਉਂਦੇ। ਉਹ ਕਹਿ ਜੀ ਦੋਸ਼ ਧਰਿਓ ਜੀਓ, ਕਿਹਨੂੰ ਮੈਂ ਦੋਸ਼ ਦੇਵਾਂ। ਇੱਕ ਤੂੰ ਇੱਕ ਚਾੜ੍ਹ ਅਨਕ ਪਿਆਰੇ। ਤੁਸੀਂ ਇੱਕ ਤੇ ਚੜ੍ਹਦੀ ਕਲਾ ਵਾਲੀਆਂ ਹੋ ਕੇ ਮੇਰੇ ਪ੍ਰਭੂ ਪਿਆਰੇ ਨਾਲ ਨਿਤ ਹੀ ਨਿਤ ਕਰਦੇ ਭੋਗ ਬਿਲਾਸਾ। ਅਨੇਕਾਂ ਭੋਗ ਵਿਲਾਸ ਕਰਦੀਆਂ ਹੋ। ਇਸੇ ਪ੍ਰਕਾਰ ਇੱਕ ਤੂੰ ਇੱਕ ਚਾੜ੍ਹ ਅਨਕ ਪਿਆਰੇ। ਇੱਕ ਤੋਂ ਇੱਕ ਚੜ੍ਹਦੀਆਂ ਅਵਸਥਾ ਵਾਲੇ, ਪਹਿਲੀ ਭੂਮਿਕਾ ਤੋਂ ਦੂਜੀ ਭੂਮਿਕਾ ਵਾਲੇ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਚੌਥੀ ਤੋਂ ਪੰਜਵੀਂ, ਪੰਜਵੀਂ ਤੋਂ ਛੇਵੀਂ ਤੇ ਛੇਵੀਂ ਤੋਂ ਸੱਤਵੀਂ ਭੂਮਿਕਾ ਵਾਲੇ। 7 ਭੂਮਿਕਾ ਨੇ, ਯਾਨੀ ਅਵਸਥਾਵਾਂ ਪ੍ਰਭੂ ਪ੍ਰਾਪਤੀ ਦੀਆਂ। ਜਿਵੇਂ ਪੌੜੀ ਦੇ ਡੰਡੇ ਹੁੰਦੇ, ਕਿਉਂ ਸੰਤ ਕਾ ਮਾਰਗ ਧਰਮ ਕੀ ਪੌੜੀ, 7 ਡੰਡੇ ਨੇ। ਸੁਭ ਇੱਛਾ ਕਿ ਮੈਂ ਗੁਰਦੁਆਰੇ ਜਾਇਆ ਕਰਾਂ, ਸੁਭ ਵਿਚਾਰਨਾ ਮੈਂ ਕੀ ਹਾਂ, ਪਰਮਾਤਮਾ ਕੀ ਹੈ, ਤਨੂੰ ਮਾਨਸਾ ਵਾਸ਼ਨਾਵਾਂ ਸੁਖਮ ਕਰਨੀਆਂ, ਅਸੰਗ ਸਖਤ ਮੋਹ ਨੂੰ ਕੱਟਣਾ, ਸਤਵਾ ਪਦ ਸਤ ਦੀ ਪ੍ਰਾਪਤੀ, ਪਦਾਰਥਾਂ ਭਾਵਨੀ। ਇਉਂ ਪਦਾਰਥਾਂ ਦਾ ਮਨ ਵਿੱਚ ਅਭਾਵ ਕਰ ਦੇਣਾ। ਭਾਵਨੀ ਪਦਾਰਥਾਂ ਕੰਨੇ ਤੋਂ ਐੜਾ ਨਿਕਲੇਗਾ, ਪਦਾਰਥ ਨੂੰ ਅਭਾਵ ਕਰ ਦੇਗਾ। ਤੇ ਤੁਰੀਆ, ਤੁਰੀਆ ਪਦ, ਇਹ 7 ਭੂਮਿਕਾਵਾਂ ਹਨ। ਨਿਸ਼ਕਾਮ ਕਰਮ ਵਾਲਿਆਂ ਤੋਂ ਉਪਾਸ਼ਨਾ ਵਾਲੇ, ਉਪਾਸ਼ਨਾ ਵਾਲਿਆਂ ਤੋਂ ਗਿਆਨ ਵਾਲੇ, ਗਿਆਨ ਵਾਲਿਆਂ ਤੋਂ ਸਕਿਆਤਤਾ ਵਾਲੇ, ਚੜ੍ਹਦੇ ਤੋਂ ਚੜ੍ਹਦੇ ਆਪ ਜੀ ਦੇ ਅਨੇਕਾਂ ਪਿਆਰੇ ਹਨ। ਇਸੇ ਤਰ੍ਹਾਂ ਸਰਵਣ ਕਰਨ ਵਾਲਿਆਂ ਤੋਂ ਅੱਗੇ ਮੰਨਣ ਵਾਲੇ, ਮੰਨਣ ਕਰਨ ਵਾਲਿਆਂ ਤੋਂ ਅੱਗੇ ਨਿਧਿਆਸਨ ਵਾਲੇ, ਉਹਨਾਂ ਤੋਂ ਅੱਗੇ ਤਤਤਵ ਦਾ ਸੋਧਨ ਕਰਨ ਵਾਲੇ, ਉਹਨਾਂ ਤੋਂ ਅੱਗੇ ਅਭੇਦਤਾ ਵਾਲੇ, ਆਪ ਜੀ ਦੇ ਅਨੇਕਾਂ ਹੀ ਪਿਆਰੇ। ਉਹ ਨਿਤ ਹੀ ਆਪ ਜੀ ਦੀ ਅਭੇਦਤਾ ਦੇ ਆਨੰਦ ਨੂੰ ਭੋਗਣਾ ਕਰਦੇ, ਭਾਵ ਅਭੇਦਤਾ ਦਾ ਆਨੰਦ ਮਾਣਦੇ ਹਨ। ਆਓ ਨਿਤ ਕਰਦੇ ਭੋਗ ਬਿਲਾਸਾ। ਆਪ ਦੀ ਪ੍ਰਾਪਤੀ ਦਾ ਆਨੰਦ ਮਾਣਦੇ ਹਨ। ਤਿਨਾ ਦੇਖਾ ਮਨ ਜਾਉ ਠੰਡਾ।
ਪ੍ਰਭੂ ਨਾਲ ਵੇਖ ਕੇ ਮੇਰੇ ਮਨ ਵਿੱਚ ਵੀ ਉਤਸ਼ਾਹ ਉੱਠਦਾ ਪਿਆ ਹੈ। ਹਉ ਕਦ ਪਾਈ ਗੁਣ ਤਸਾ ਇਹ ਮੈਂ ਕਦ ਸ਼ੁਭ ਗੁਣਾ ਦੇ ਖਜ਼ਾਨੇ ਪਰਮੇਸ਼ਰ ਨੂੰ ਪਾਵਾਂਗੀ। ਜਿਤਨੇ ਮੈਡਾ ਲਾਲ ਰਜਾਇਆ ਜਿਨ੍ਹਾਂ ਨੇ ਮੇਰਾ ਪਿਆਰਾ ਪ੍ਰਭੂ ਪ੍ਰਸੰਨ ਭਾਵ ਖੁਸ਼ ਕਰ ਲਿਆ ਹੈ। ਹਉ ਤਿਸ ਆਕਾ ਮਨ ਡੇਹੀਆ ਮਹਾਂਪੁਰਖਾਂ ਸੰਤਾਂ ਦੇ ਅੱਗੇ ਸੇਵਾਦਾਰਾਂ ਗੁਰਮੁਖਾਂ ਦੇ ਅੱਗੇ ਆਪਣਾ ਮਨ ਦਿੰਦੀਆਂ। ਸਾਡੇ ਕੋਲ ਤਾਂ 5 ਮਿੰਟ ਨਹੀਂ ਗੁਰਦੁਆਰੇ ਬੈਠ ਲਈ, ਤੇ ਜਿਹੜੇ ਦਿਨੇ ਰਾਤ ਗੁਰਦੁਆਰੇ ਦੀ ਸੇਵਾ ਦੇ ਵਿੱਚ ਹੀ ਮਸਤ ਹਨ, ਉਹਨਾਂ ਦੇ ਮੈਂ ਕਦਮਾਂ ਤੇ ਮੱਥਾ ਟੇਕਦੀ, ਗੋਡੀਆਂ ਹੱਥ ਲਾਉਂਦੀ ਹਾਂ। ਨਾਨਕ ਕਹੈ ਸੁਨੋ ਬਿਨੋ ਸੁਹਾਗਣਾ। ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ ਪਤੀ ਦੇ ਸੁਹਾਗ ਵਾਲੀ ਸੰਤ ਰੂਪ ਸਗੀ, ਸੁਣ ਬਿਨੋ ਮੇਰੀ ਬੇਨਤੀ ਸੁਣ ਕੇ। ਮੋਹ ਦਾਸ ਦਿਖਾ ਫਿਰ ਕਹੀਆ। ਮੈਨੂੰ ਦੱਸ ਕਿ ਪਤੀ ਪਰਮੇਸ਼ਰ ਨੂੰ ਕਿਹੜੀ ਵਿਧੀ ਨਾਲ ਵੇਖਣਾ ਕਰਾਂ, ਆਪ ਕੇ ਸਾਧਨ ਨਾਲ ਪ੍ਰਾਪਤ ਹੋਵੇਗਾ। ਯਾਰ ਵੇ ਯਾਰ ਹੀ ਮਿੱਤਰ ਸੰਤੋ ਤੇਰੇ ਆਪਣ ਪਾਣਾ। ਪਤੀ ਪਰਮਾਤਮਾ ਆਪਣਾ ਭਾਣਾ ਬਣਾਉਂਦਾ ਹੈ। ਕਿਸਾ ਨਿਸ਼ੀ ਛੰਦਾ ਉਹਨੂੰ ਕਿਸੇ ਦੀ ਮੁਸ਼ੰਦਗੀ ਨਹੀਂ ਹੈ, ਆਪ ਕਿਸੇ ਦੀ ਅਧੀਨਗੀ ਨਹੀਂ, ਉਹ ਸੁਤੰਤਰ ਯਾਰ ਵੇ ਸੰਤ ਰੂਪ ਮਿੱਤਰ। ਤਨ ਰਾਵਿਆ ਲਾਲਣਾ। ਤੁਸਾਂ ਨੇ ਪਿਆਰੇ ਦੇ ਆਨੰਦ ਨੂੰ ਮਾਣਿਆ ਹੈ। ਦਾ ਸਦ ਸੰਦਾ ਮੈਨੂੰ ਵੀ ਦੱਸ ਦਿਓ, ਮੈਂ ਵੀ ਤੁਹਾਨੂੰ ਪੁੱਛਦੀ ਹਾਂ ਕਿ ਕਿਵੇਂ ਤੁਸਾਂ ਨੇ ਆਨੰਦ ਮਾਣਿਆ। ਤਾਂ ਉੱਤਮ ਸਗੀ ਆ ਬ੍ਰਹਮ ਗਿਆਨੀ ਮਹਾਂਪੁਰਖ ਪ੍ਰਭੂ ਦੀ ਸਿਖਿਆਤਾ ਵਾਲੇ ਮਹਾਤਮ ਇੰਜ ਕਹਿੰਦੇ ਨੇ ਵੀ ਗੁਰਮੁਖ, ਜੇ ਤੂੰ ਬਹੁਤਾ ਹੀ ਖਹਿੜਾ ਕਰਦਾ ਤੇ ਲੈ ਤੁਹਾਨੂੰ ਭੇਤ ਦੱਸਦੇ ਆ। ਲਾਲਣ ਤੈ ਪਾਇਆ ਜੇ ਤੈ ਪਿਆਰੇ ਪ੍ਰਭੂ ਨੂੰ ਪਾਉਣਾ ਚਾਹੁੰਦੀ ਹੈ, ਆਪ ਗਵਾਇਆ ਆਵਾ ਭਾਵ ਹੰਕਾਰ ਨੂੰ ਗਵਾ ਦੇ। ਜੋੜੇ ਘਰ 'ਚ ਜੋੜੇ ਜਮ੍ਹਾਂ ਕਰਾਈ ਦੇ ਨੇ ਨਾ, ਉਹਦੇ 'ਚ ਹੀ ਜਮ੍ਹਾਂ ਕਰਾਇਆ, ਜਾਂ ਘਰ ਗੋਦਰੇਜ ਦੀ ਅਲਮਾਰੀ 'ਚ ਰੱਖ ਕੇ ਜਿੰਦਰਾ ਲਾ ਕੇ ਗੁਰਦੁਆਰੇ ਆ। ਮਤਲਬ ਹੰਕਾਰ ਮੈਂ ਜਿਹੜੀ ਹੈ ਘਰ ਹੀ ਰੱਖ ਕੇ ਆਓ। ਜਿਹੜਾ ਮੈਂ ਵੀ ਚੁੱਕੀ ਫਿਰਦਾ ਹੈ ਉਹ ਗੁਰੂ ਘਰੋਂ ਕੁਝ ਲਿਜਾ ਨਹੀਂ ਸਕਦਾ। ਆਪ ਉਹੀ ਸਕਦਾ ਹੈ ਜਿਹੜਾ ਮੇਰਾ ਹੰਕਾਰ ਹੋਵੇ। ਜੈ ਧਨ ਭਾਗ ਮਥਾਣੇ। ਇਸ ਜੀਵ ਰੂਪ ਇਸਤਰੀ ਦੇ ਮੱਥੇ ਦੇ ਸ੍ਰੇਸ਼ਟ ਭਾਗ ਹੋਣ। ਬਾਹ ਪਕੜ ਠਾਕਰ ਹੋ ਕੀਤੀ। ਮੇਰੀ ਬੇਟੀ ਰੂਪ ਮਾਂ ਨੂੰ ਪਰਮੇਸ਼ਰ ਨੇ ਪਕੜ ਕੇ ਆਪਣੇ ਵੱਲ ਖਿੱਚ ਲਿਆ, ਭਾਵ ਆਪਣੇ ਵਿੱਚ ਲੀਨ ਕਰ ਲਿਆ ਹੈ। ਗੁਣ ਅਵਗੁਣ ਨਾ ਪਛਾਣੇ। ਮੇਰੇ 'ਚ ਗੁਣ ਤਾਂ ਕੋਈ ਹੈ ਹੀ ਨਹੀਂ ਸੀਗਾ, ਤੇ ਅਵਗੁਣਾਂ ਦੀ ਉਹਨੇ ਪਹਿਚਾਣ ਨਹੀਂ ਕੀਤੀ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੋਲ ਢੰਗ ਨਾ ਮੀਠੇ ਬੈਣਾ। ਅਵਗੁਣ ਬਖਸ਼ਾਉਣ ਲਈ ਬੇਨਤੀਆਂ ਕਰਨੀਆਂ ਚਾਹੀਦੀਆਂ। ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਬਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ। ਹਉ ਪਾਪੀ ਬੜ ਬਣਾਏ ਘਰ, ਹਰ ਜੀਓ ਲਿਖੇ ਵਾਰ ਨਾ ਆਵੇ, ਤੂੰ ਬਖਸ਼ ਬਣਾਵਾ। ये महाराज हम अवगुण भरे, एक गुण नाही, अमृत छाड़ बिख बिख खाई। माया मोह भरम पे भूले, सुख दारा स्यों प्रीत लगाए। प्रीत लगाई एक उत्तम पंथ सुनियो गुर संगत, ਇਹ ਬਲੰਦ ਜਮ ਤਰਾਸ ਮਟਾਈ। ਇੱਕ ਅਰਦਾਸ ਘਾਟ ਕੀਰਤ ਕੀ, ਕੋ ਰਾਮਦਾਸ ਰੱਖੋ ਸੰਗਾਈ। ਅਸੀਂ ਗ੍ਰਸਤੀ ਬੰਦੇ ਆ ਜੀ, ਆਪਦੀ ਸ਼ਰਨ ਵਿੱਚ ਆਏ ਆ, ਕਿਰਪਾ ਕਰਕੇ ਉਹਨਾਂ ਨੂੰ ਨਾਚ ਕਰੋ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰੋ ਪਾਵੋ, ਡੁੱਬਦੇ ਪੱਥਰ ਦਾ ਸਾਸ ਸਾਸ ਹਮ ਭੁੱਲਣ ਹਾਰੇ। तुम समर्थ अगणत अपारे, शरण परे की राख दे अल्लाह।
ਨਾਨਕ ਤੁਮਰੇ ਬਾਲ ਗੋਪਾਲ। ਗੁਣ ਹਾਰ ਤੈ ਪਾਇਆ, ਜਿਸਨੇ ਸ਼ੁਭ ਗੁਣਾਂ ਦਾ ਹਾਰ ਅੰਤਿਕਰਨ ਰੂਪੀ ਗਲ ਦੇ ਵਿੱਚ ਪਾਇਆ, ਆਪ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਤੇ ਉਸ ਨੂੰ ਪਿਆਰੇ ਪ੍ਰਭੂ ਦਾ ਮਹਾਰਾਜ ਕਹਿੰਦੇ ਰੰਗ ਲਾਲ ਬਣਾਇਆ, ਪਿਆਰੇ ਪ੍ਰਭੂ ਦਾ ਆਨੰਦ ਬਣਾਇਆ, ਭਾਵ ਪ੍ਰਾਪਤ ਹੋ ਗਿਆ ਹੈ। ਜੈਸਾ ਹੱਬੋ ਕਿਸ ਸੁਹੰਦਾ, ਉਸ ਦਾ ਸਭ ਕੁਝ ਸੋਹਣਾ ਹੋ ਗਿਆ ਹੈ। ਜਾਨ ਨਾਨਕ ਧਨ ਸੁਹਾਗਣ ਸਾਈ, ਸਤਿਗੁਰੂ ਜੀ ਕਥਨ ਕਰਦੇ ਹੋ ਸੁਹਾਗਣ ਇਸਤਰੀ ਧਨਤਾ ਦੇ ਯੋਗ ਹੈ। ਜਿਸਾ ਸੰਗ ਪਤਾਰ ਬਸੰਦਾ, ਇਸ ਦੇ ਨਾਲ ਪਤੀ ਪਰਮਾਤਮਾ ਵਸਦਾ ਹੈ। ਉਹਦੀ ਪ੍ਰਾਪਤੀ ਹੋਣ ਤੋਂ ਬਾਅਦ ਪਰਮਾਤਮਾ ਨੂੰ ਇਸਤਰੀ ਇਸ ਤਰ੍ਹਾਂ ਕਹਿੰਦੀ ਹੈ, ਯਾਰ ਵੇ ਤਤ ਵਿੱਚ ਰੂ ਮਿੱਤਰ, ਨਿਤ ਸੁਖ ਸੁਖੇਤੀ, ਇਸ ਪਤੀ ਦੀ ਪ੍ਰਾਪਤੀ ਦੀ ਮੈਂ ਨਿਤ ਸੁਖਣਾ ਸੁਖਦੀ ਹੁੰਦੀ ਸੀ। ਸਾ ਮੈਂ ਪਾਈ, ਉਹ ਸੁਖਣਾ ਮੈਂ ਗੁਰਾਂ ਨਾਲ ਮਿਲ ਕੇ ਹੁਣ ਪਾ ਲਈ ਹੈ। ਵਾਰਾ ਲੋੜੀ ਤਾਂ ਆਇਆ, ਇਸ ਪਤੀ ਪਰਮੇਸ਼ਰ ਨੂੰ ਮੈਂ ਚਾਹੁੰਦੀ ਸੀ, ਸੋ ਪ੍ਰਾਪਤ ਹੋਇਆ ਹੈ। ਜੀ ਵਧਾਈ, ਮਨ ਵਜੀਆਂ ਵਧਾਈਆਂ, ਇਸ ਲਈ ਮਨ ਵਿੱਚ ਆਨੰਦ ਦੀ ਵਧਾਈ ਵਜੇ, ਭਾਵ ਆਨੰਦ ਪ੍ਰਗਟ ਹੋਇਆ ਹੈ। ਦਿਨ ਰੈਣ ਰਲੀਆਂ ਕਰੈ ਕੰਮ, ਮਿਟੈ ਸਗਲ ਅੰਦੇਸਾ, ਬਿਨਵੰਤ ਨਾਨਕ ਅੰਤ ਮਿਲਿਆ, ਲੋੜ ਤੇ ਹਨ ਜੈਸਾ। ਮੇਰਾ ਮਨ ਆਨੰਦ ਭਰਿਆ ਜੀਓ, ਵੱਜੀ ਵਧਾਈ, ਕਰ ਨਾਲ ਆਇਆ ਪਿਆਰਾ, ਸਭ ਦਿਖਾ ਬੁਝਾਈ। ਮਹਾ ਮੰਗਲ ਰਹਸ ਥੀਆ, ਬੜੀਆਂ ਖੁਸ਼ੀਆਂ ਤੇ ਸਿਧਾਂਤ ਨੂੰ ਬ੍ਰਹਮ ਦੇ ਆਨੰਦ ਨੂੰ ਪਾ ਕੇ ਅਸਥਿਤ ਹੋ ਗਏ ਹਾਂ। ਪਰ ਜਿਹੜਾ ਮਨ ਟਿਕਦਾ ਨਹੀਂ, ਉਹ ਟਿਕ ਗਿਆ, ਭਟਕਣਾ ਮੁੱਕ ਗਈ। ਕਬੂ ਹੋ ਜੀੜਾ ਉਹ ਵਿਚੜਤ ਹੈ, ਕਬੂ ਹੋ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਗੁਣਾ ਭਾਲੇ। ਫਿਰ ਦਿਆਲ ਸਦਨਬ ਰੰਗੀਆ, ਪਤੀ ਪਰਮਾਤਮਾ ਦਿਆਲੂ ਤੇ ਸਦਾ ਨਵੇਂ ਰੰਗ ਵਾਲਾ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ। ਉਹ ਬੁੱਢਾ ਨਹੀਂ ਹੁੰਦਾ, ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਸ ਦੋਖ ਨਹੀਂ ਜਮ ਜਾਂਦਾ। ਵਡ ਭਾਗ ਪਾਇਆ ਗੁਰ ਮਿਲਾਇਆ, ਵੱਡੇ ਭਾਗਾਂ ਕਰਕੇ ਪਾਇਆ, ਪਰ ਆਪੋ ਨਹੀਂ ਪਾਇਆ, ਗੁਰਾਂ ਨੇ ਮਿਲਾਇਆ ਹੈ ਕਿਰਪਾ ਕਰਕੇ। ਸਾਧ ਕੈ ਸਤ ਸੰਗੀਆ, ਘਰ ਬੈਠੇ ਨੂੰ ਨਹੀਂ ਮਿਲਾਇਆ, ਧੱਕਾ ਲਾ ਕੇ ਗੁਰਦੁਆਰੇ ਭੇਜਿਆ ਹੈ ਕਿ ਚੱਲ ਭਾਈ ਗੁਰਦੁਆਰੇ ਮੱਥਾ ਟੇਕ, ਸੰਗਤ ਕਰਿਆ ਕਰ। ਸੰਗਤ ਦੇ ਦੁਆਰਾ ਸਾਨੂੰ ਮਿਲਿਆ ਹੈ। ਆਸਾ ਮਨਸਾ ਸਗਲ ਪੂਰੀ, ਆਸਾ ਲੰਬੇ ਟਾਈਮ ਦੀ, ਮਨਸਾ ਥੋੜੇ ਥੋੜੇ ਸਮੇਂ ਦੀਆਂ ਸਾਰੀਆਂ ਪੂਰੀਆਂ ਹੋ ਗਈਆਂ। ਅੰਕ ਅੰਕ ਮਲਾਈ, ਪਤੀ ਪਰਮੇਸ਼ਰ ਨੇ ਪੱਖ ਜਾਂ ਪ੍ਰੇਮ ਕਰਕੇ ਇਸ ਰੂਪ ਦੇ ਵਿੱਚ ਮੇਲ ਲਿਆ ਹੈ। ਬਿਨਵੰਤ ਨਾਨਕ ਸੁਖ ਸੁਖਤੀ, ਸਤਿਗੁਰੂ ਜੀ ਕਥਨ ਕਰਦੇ ਕਿ ਜੋ ਪਤੀ ਪਰਮਾਤਮਾ ਦੀ ਪ੍ਰਾਪਤੀ ਦੀ ਸੁਖਨਾ ਸੁਖ ਦੀ ਸਾਂ, ਜਿਤਨਾ ਬੀਬੀਆਂ ਦਾ ਸੁਭਾਅ ਹੁੰਦਾ ਹੈ, ਉਹ ਗੁਰਦੁਆਰੇ ਆ ਕੇ ਸੁੱਖਾਂ ਸੁਖੀ ਜਾਂਦੀਆਂ। ਕਈ ਕਮਲੀਆਂ ਔਂਸੀਆਂ ਪਾਈ ਜਾਂਦੀਆਂ, ਮੈਨੂੰ ਪਤਾ ਨਹੀਂ ਸੀ ਹੁੰਦਾ ਵੀ ਔਂਸੀਆਂ ਕਹਿੰਦੇ ਕਿਹਨੂੰ ਨੇ। ਮੈਂ ਸਮਝਿਆ ਫਿਰ ਕਮਲਪੁਣੇ 'ਚ ਲਕੀਰਾਂ ਕੱਢੀ ਜਾਣੀਆਂ, ਵੇਖਣ ਵਾਲਾ ਸਮਝੇ ਵੀ ਇਹ ਦਿਮਾਗੋਂ ਹਿੱਲ ਗਿਆ। ਆਪਣੇ ਆਪ 'ਚ ਲਕੀਰਾਂ ਕੱਢੀ ਜਾਣੀਆਂ, ਜਦੋਂ ਜੀ ਕਰਨਾ ਉਦੋਂ ਹਟ ਜਾਣਾ, ਇਹ ਜੋਟਾ ਜੋਟਾ ਮਿਲੀ ਜਾਣਾ। ਜੇ ਤਾਂ ਪਿਛਲੀ ਲਕੀਰ ਇਕੱਲੀ ਰਹਿ ਗਈ ਫਿਰ ਸਮਝਣਾ ਵੀ ਪਤੀ ਦੇ ਦਰਸ਼ਨ ਨਹੀਂ ਹੋਣਗੇ। ਜੇ ਉਹ ਵੀ ਜੋਟਾ ਮਿਲ ਗਿਆ ਸਮਝਣਾ ਵੀ ਪਤੀ ਦੇ ਦਰਸ਼ਨ ਹੋਣਗੇ। ਜਾਂ ਬਨੇਰੇ ਦੇ ਕਾਂ ਬੋਲੇ ਉਹਨੂੰ ਚੂਰੀ ਪਾਉਣੀ ਜਾਂ ਪੜਾਉਣਾ, ਇਤਨਾ ਹੀ ਗੁਰਸਿੱਖ ਸਾਰੇ ਤਰੀਕੇ ਵਰਤਦੇ ਹਨ। ਸੋ ਸਾਚੀ ਲਗਾ ਬਿਨ ਦੇਹ ਨਵਾਣੀ, ਜੇ ਤਾਂ ਬਿਰਤੀ ਇਕੱਲੀ ਰਹਿ ਗਈ ਇਹ ਤੇ ਸਮਝੋ ਰੱਬ ਨਹੀਂ ਮਿਲੇਗਾ। ਜੇ ਬਿਰਤੀ ਸ਼ਬਦ ਦੇ ਵਿੱਚ ਲੀਨ ਹੋ ਗਈ
ਜੋਟਾ ਮਿਲ ਗਿਆ। ਸੋ ਸ਼ਬਦ ਤੇ ਸੁਰਤ ਦਾ ਮਿਲਾਪ ਹੀ ਪ੍ਰਭੂ ਦਾ ਮਿਲਾਪ ਹੈ। ਇਹ ਔਂਸੀਆਂ ਪਾਉਣੀਆਂ ਨੇ। ਇਹ ਕੋਡੜ ਕਾਵਾਂ ਤੈਨੂੰ ਚੋਰੀ ਪਾਵਾਂ, ਮੇਰਾ ਪਿਆਰਾ ਮੈਨੂੰ ਦਰਸ਼ਨ ਦੇਵੇ। ਜਿਹੜੇ ਕਾਮ ਕ੍ਰੋਧ ਰੂਪੀ ਕਾਂ ਅੰਤःਕਰਨ ਬਨੇਰੇ ਤੇ ਬੋਲਦੇ ਨੇ, ਇਹਨਾਂ ਨੂੰ ਪੜਾਉਣਾ। ਜੇ ਆਪ ਨਾ ਉੱਡਣਾ ਤੇ ਡੰਡਾ ਫੜ ਲੈਣਾ, ਸੰਗਤ ਦਾ ਡੰਡਾ, ਸੰਗਤ ਦੇ ਜ਼ੋਰ ਨਾਲ ਉਡਾ ਦੇਣਾ। ਤੇ ਇਉਂ ਵਿਕਾਰਾਂ ਤੋਂ ਰਹਿਤ ਹੋ ਕੇ ਨਿਰਵਿਕਾਰ ਜ਼ਿੰਦਗੀ ਰੱਖ ਕੇ ਮਹਾਰਾਜ ਦੀ ਪ੍ਰਾਪਤੀ ਦਾ ਯਤਨ ਕਰਨਾ। ਸਭ ਤੋਂ ਉੱਤਮ ਗੁਣ ਜਪ ਸਤ ਦਾ ਹੈ। ਲੱਭ ਤੇ ਕੁਛ ਨਿੱਕੇ ਨਿੱਕੇ ਨਿਆਣਿਆਂ ਨੇ ਨਹੀਂ ਵੇਖੋ ਰਾਮ ਨੂੰ ਤੇ ਲక్ష్మణ ਨੂੰ ਘੁਆ ਦਿੱਤਾ ਸੀਗਾ। ਜਿਨ੍ਹਾਂ ਵੱਡੇ ਵੱਡੇ ਦੈਂਤਾਂ ਦੀਆਂ ਕੁਸ਼ਾ ਮਰੋੜ ਸਮੁੰਦਰ ਸੁੱਟੇ ਤੇ ਉਹ ਹਨੂਮਾਨ ਵੀ ਵੇਖੋ ਬੰਨ ਲਿਆ ਸੀ ਨਿਆਣਿਆਂ ਨੇ। ਕਾਰਨ ਕੀ ਹੈ ਕਿ ਉਹਨਾਂ ਦੇ ਨਾ ਕਾਮ ਸੀ ਨਾ ਕ੍ਰੋਧ ਸੀ, ਕੋਈ ਔਗਣ ਨਹੀਂ ਸੀਗਾ, ਜਾਤ ਸਾਤ ਵਾਲੇ ਸਨ। ਕਿਉਂ ਜਾਤ ਸਾਤ ਦਾ ਬੜਾ ਗੁਣ ਹੁੰਦਾ ਹੈ। ਇੰਜ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ। ਸੋ ਮਹਾਰਾਜ ਜਿਹਦੀ ਸੁਖਨਾ ਸੁਖਦੀ ਸੀ ਉਹ ਮਿਲ ਗਿਆ ਹੈ। ਆਪ ਪਤੀ ਪਰਮਾਤਮਾ ਪ੍ਰਾਪਤ ਹੋ ਗਿਆ। ਇਹ ਤਰੀਕਾ ਦੱਸਿਆ ਹੈ ਮਹਾਰਾਜ ਦੀ ਪ੍ਰਾਪਤੀ ਦਾ। ਗੁਰੂ ਸਾਹਿਬ ਕਿਰਪਾ ਕਰਨਾ। ਸੋ ਮਹਾਰਾਜ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦੇ ਹਾਂ। ਅੱਧੀ ਪੰਕਤੀ ਰਹਿ ਗਈ। ਸਾਮੈ ਗੁਰ ਮਿਲ ਭਾਈ। ਜਿਸ ਮਹਾਰਾਜ ਦੀ ਸੁਖਨਾ ਸੁਖਦੀ ਸੀ ਉਹ ਮੈਂ ਗੁਰਦੁਆਰੇ ਆ ਕੇ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਵਾਹਿਗੁਰੂ ਨੂੰ ਪਾ ਲਿਆ ਹੈ। ਕਿਉਂ ਜਿਨ੍ਹਾਂ ਨੇ ਪਾਉਣਾ ਹੈ ਉਹ ਭਾਈ ਗੁਰੂ ਦੇ ਰਾਹੀਂ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਲੈ ਕੇ ਵਾਹਿਗੁਰੂ ਨਾਮ ਲੈ ਕੇ ਹੀ ਪਾ ਸਕਦੇ ਨੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਕਿ ਦੋ ਸਮਝ ਬਖਸ਼ਣੀ। ਆਸਾ ਮਨਸਾ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ। ਬਿਨਵੰਤ ਨਾਨਕ ਸੁਖ ਸੁਖੇਂਦੀ ਸਾਮੈ ਗੁਰ ਮਿਲ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦਿ।